गवर्नमेंट जे करदी हुंदी तो ठीक ना हो जाता, गवर्नमेंट ने तो नहीं कीता। एग्री करते हो, मनदे? मैं 100% एग्री करता। सारियां ही सरकारां बदल गईयां, लोग बदल बदल के देखते गए, लोग तो उही ने। सब नूं पता हुंदा मक्कड़ साहब अपने महल्ले च अपने पिंड च भी कौन ड्रग बेच रहा। तुसीं ਉਹਦੇ ਨਾਲ सोशल समाजिक बायकॉट करो। ਉਹਦੇ ਘਰ ਚ ਜੇ ਕੋਈ ਸੁੱਖ ਉਹਦੇ ਘਰ ਚ ਕੋਈ ਵਿਆਹ ਸ਼ਾਦੀ ਆ, ਪਿੰਡ ਵਾਲੇ ਕਹਿਣ ਵੀ ਅਸੀਂ ਨਹੀਂ ਜਾਣਾ ਭਾਈ। ਤੇ ਪੁਲਿਸ ਵੀ ਇਹਨਾਂ ਨੂੰ ਹੱਥ ਲਾਉਣੋਂ ਹੀ ਡਰਦੀ ਆ। ਮੈਂ ਤੁਹਾਨੂੰ ਦੱਸਾਂ, ਇੱਕ ਬੰਦੇ ਕਰਕੇ 50 ਜਾਂ 100 ਬੱਚਾ ਸਾਡਾ ਸਿਰਿੰਜ ਦੇਖੋ ਤਾਂ ਸਹੀ ਨਾ, ਜਦੋਂ ਸਿਰਿੰਜ ਦੇਖਦੇ ਹੋ ਉਹਦੇ ਵਿੱਚ ਫਸੀ ਆ, ਜਾਨ ਨਿਕਲ ਜਾਂਦੀ ਆ। ਜਦੋਂ ਉਹ ਸਾਡੇ 100 ਬੱਚੇ ਉਹਨੇ ਮਾਰਤੇ ਤੇ ਫਿਰ ਉਹਦੇ ਲਈ ਕਾਨੂੰਨ ਦੀ ਗੋਲੀ ਉਹਦੇ ਲਈ ਕਿਉਂ ਨਹੀਂ ਬਣੀ ਹੋਈ? ਜਿਹੜਾ ਆਇਡੈਂਟੀਫਾਈ ਹੈ ਇੱਕ ਬੰਦਾ ਵੀ ਇਹਨੇ 100 ਬੰਦਿਆਂ ਦਾ ਇਹ ਕਾਤਲ ਆ, ਤੇ ਤੁਸੀਂ ਉਹਨੂੰ ਫਿਰ ਕੀ ਬਣਾ ਕੇ ਰੱਖਣਾ ਚਾਹੁੰਦੇ ਹੋ? ਜਦੋਂ ਜੇਲ੍ਹਾਂ 'ਚ ਜਾਂਦਾ ਹੈ, ਜੇਲ੍ਹ 'ਚ ਬਹਿ ਕੇ ਉਹ ਲਾਰੈਂਸ ਬਿਸ਼ਨੋਈ ਬਣਦਾ ਹੈ, ਉਹ ਉੱਥੋਂ ਬਹਿ ਕੇ ਕੈਨੇਡਾ ਤੋਂ ਬਹਿ ਕੇ ਉਹ ਕੰਮ ਕਰਵਾਉਂਦਾ ਹੈ। ਜੇ ਕੱਲ ਨੂੰ ਮੇਰੇ ਕੋਲ ਮੌਕਾ ਕਦੇ ਆਵੇ, ਮੈਂ ਬਿਲਕੁਲ ਸੀਐਮ ਬਣੇ ਤਾਂ ਤੁਸੀਂ ਮਾਰ ਦਿਓਗੇ ਇਹਨਾਂ ਨੂੰ? ਮੈਂ ਕੁਛ ਕਰਾਂ, ਮੈਂ ਰਹਿਣ ਨਹੀਂ ਦਊਂਗਾ ਇਹਨਾਂ ਨੂੰ ਜਿਹੜੇ ਸਾਡੇ ਬੱਚਿਆਂ ਨੂੰ ਮਾਰਦੇ। ਠੀਕ ਹੈ, ਜਿਹੜੀ ਮਾਂ ਦੇ ਪੁੱਤ ਮਰ ਜਾਂਦਾ ਨਾ ਨਸ਼ੇ ਦਾ, ਉਹਨੂੰ ਪੁੱਛੋ ਉਹਦਾ ਕੀ ਹਾਲ ਆ। ਬਈ ਤੁਸੀਂ ਲੈਣੇ ਵੀ ਬੰਦ ਕਰੋ। ਆਪਣਾ ਫਿਊਚਰ ਕਿਉਂ ਇੱਕ ਪੋਲੀਟੀਕਲ ਬੰਦਾ ਅੱਜ ਪੈਸੇ ਦੇ ਰਿਹਾ, ਕੱਲ ਨੂੰ ਇਹਨੇ ਨਸ਼ਾ ਵੇਚਣਾ। ਅਰੇ ਵੋਟ ਇੱਕ ਐਸੀ ਤਾਕਤ ਆ ਤੁਹਾਡੇ ਕੋਲ, ਤੁਸੀਂ ਕਿਸੇ ਨੂੰ ਵੀ ਬਦਲ ਸਕਦੇ ਹੋ। ਪਰ ਜਦੋਂ ਤੁਸੀਂ ਵੋਟ ਵਿਕ ਕੇ ਪਾ ਦਿੰਦੇ ਹੋ, ਉਸ ਵੇਲੇ ਫਿਰ ਹਾਲਾਤ ਇਹ ਰਹਿਣੇ ਆ, ਇਹ ਚੇਂਜ ਨਹੀਂ ਹੋ ਸਕਦੇ। ਤੁਸੀਂ ਪੋਲਿਟਿਕਸ ਤੋਂ ਖੁਸ਼ ਹੋ ਜਿਹੋ ਜੀ ਪੋਲਿਟਿਕਸ ਹੋ ਰਹੀ ਹੈ ਦੇਸ਼ 'ਚ? ਬਿੱਟੂ ਜੀ, ਇਹ ਯੂਥ ਹੈ, ਇਹ 12 13 15 ਸਾਲ ਦੇ ਬੱਚੇ ਨੇ, ਤੁਸੀਂ ਪੋਲਿਟਿਕਸ ਜੁਆਇਨ ਕਰਨਾ ਚਾਹੁੰਦੇ ਹੋ? ਇਹਦਾ ਨਹੀਂ ਜਾਣਾ ਚਾਹੁੰਦੇ? ਸਿਆਸਤ ਨੂੰ ਇੰਨਾ ਗੰਦਲਾ ਬਣਾਤਾ ਸਾਡੇ ਸਿਆਸਤਦਾਨਾਂ ਨੇ। ਉਹ ਤਾਂ ਕਹਿਤਾ ਵੀ ਇਹ ਗੰਦੀ ਆ, ਤੇ ਇਹਨੂੰ ਚੰਗੀ ਕੌਣ ਕਰੂਗਾ? ਤੁਸੀਂ ਤਾਂ ਬਿਗ ਨੋ ਕਹਿਤਾ ਵੀ ਅਸੀਂ ਨਹੀਂ ਆਉਣਾ ਪੋਲਿਟਿਕਸ। ਕੋਈ ਬਾਹਰ ਜਾਣਾ ਚਾਹੁੰਦਾ ਏ, ਕੋਈ ਪ੍ਰੋਫੈਸਰ ਬਣਨਾ ਏ। ਅਰੇ ਬਈ ਕੋਈ ਇੱਕ ਬੰਦਾ ਇਸ ਪੋਲਿਟਿਕਸ 'ਚ ਵੀ ਤਾਂ ਆਓ। ਕਿਵੇਂ ਸੁਧਰੂਗੀ ਇਹ? ਜੇ ਕਿਸੇ ਚੀਜ਼ ਨੂੰ ਸਾਫ਼ ਕਰਨਾ ਏ, ਉਹਦੇ ਵਿੱਚ ਜਾਣਾ ਪਊਗਾ। ਬਾਹਰੋਂ ਖੜੇ ਹੋ ਕੇ ਆਪਾਂ ਕਿਵੇਂ ਕਹਿ ਸਕਦੇ ਹਾਂ ਇਹਨੂੰ ਸਾਫ਼ ਕਰੋ, ਇਹਨੂੰ ਸਾਫ਼ ਕਰੋ? ਪੋਲੀਟੀਸ਼ੀਅਨਸ ਤੁਸੀਂ ਲੋਕ ਮੰਨਦੇ ਹੋ? ਤੁਸੀਂ ਜ਼ਿੰਮੇਦਾਰ ਹੋ ਕਿ ਅੱਜ ਇਹ ਬੱਚੇ ਇੱਥੋਂ ਛੱਡ ਕੇ ਬਾਹਰ ਜਾ ਰਹੇ ਆ? ਇੰਡੀਆ ਦੇ ਕੋਲ ਹੈ ਕੀ ਸੀ ਜੀ? ਇੰਡੀਆ ਦੇ ਕੋਲ ਆਜ਼ਾਦੀ ਤੋਂ ਬਾਅਦ ਆਪਾਂ ਕਹਿ ਤਾਂ ਦਿੰਨੇ ਆ, ਆਪਣੇ ਹਾਲਾਤ ਕੀ ਸੀ? ਫਿਰ ਇਹ ਸਾਨੂੰ ਐਵੇਂ ਹੀ ਪੜਾਈ ਗਏ ਵੀ ਸੋਨੇ ਦੀ ਚਿੜੀ ਇੰਡੀਆ। ਉਹ ਪੜਾਉਣ ਵਾਲਿਆਂ ਦੀ ਗਲਤੀ ਆ, ਜਿਹੜੇ ਪੜਾਈ ਗਏ। ਸੋਨੇ ਦੀ ਚਿੜੀ ਹੈ ਕਿੱਥੇ ਸੀ? ਦਿਖਾਓ ਤਾਂ ਸਹੀ। ਬਹੁਤ ਧੰਨਵਾਦ ਗੌਰਵਦੀਪ ਜੀ, ਬਹੁਤ ਸਵਾਗਤ ਹੈ। ਰਵਨੀਤ ਸਿੰਘ ਬਿੱਟੂ ਜੀ, ਐਮਪੀ ਲੁਧਿਆਣਾ। 2 ਵਾਰ ਤੁਸੀਂ ਲੁਧਿਆਣੇ ਦੇ ਐਮਪੀ ਰਹੇ ਹੋ, 1 ਵਾਰ ਅਨੰਦਪੁਰ ਸਾਹਿਬ ਦੇ ਐਮਪੀ ਰਹੇ ਹੋ। ਪਹਿਲਾਂ ਤਾਂ ਬਹੁਤ ਥੋੜੇ ਸ਼ਬਦਾਂ 'ਚ ਇਹਨਾਂ ਬੱਚਿਆਂ ਨੂੰ ਇਹ ਦੱਸ ਦਿਓ ਤੁਸੀਂ ਕੀਤਾ ਕੀ ਜੀ ਹੁਣ ਤੱਕ? ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ, ਮੈਂ ਪਹਿਲੀ ਵਾਰ ਐਸੀ ਆਡੀਅנס ਜਿਹਦੇ ਵਿੱਚ ਯੰਗ ਬ੍ਰੇਨਸ, ਯੰਗ ਟੈਲੈਂਟਡ ਬੱਚੇ ਇਕੱਠੇ ਹੋਏ ਆ ਅਲੱਗ-ਅਲੱਗ ਸਕੂਲ ਕਾਲਜ ਤੇ ਜਦੋਂ ਮੱਕੜ ਸਾਹਿਬ ਮੂਹਰੇ ਬਹਿ ਜਾਂਦੇ ਆ ਨਾ, ਵੈਸੇ ਹੀ ਦਿਲ ਜਿਹਾ ਘਬਰਾਉਣ ਲੱਗ ਜਾਂਦਾ, ਕਿਉਂਕਿ ਕੁਐਸਚਨ ਇਹਨਾਂ ਦੇ ਐਸੇ ਹੁੰਦੇ ਆ। ਚਲੋ ਹਿੰਮਤ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਉਦੋਂ ਬਾਅਦ ਤੁਸੀਂ ਅੱਗੇ ਬੈਠੇ ਹੋ। ਦੇਖੋ, ਇੱਕ ਗੱਲ ਮੈਂ ਸ਼ਾਰਟ 'ਚ ਕਹੂੰਗਾ, ਐਮਪੀ ਦਾ ਕੰਮ ਬੜਾ ਅਲੱਗ ਹੁੰਦਾ। ਹਰੇਕ ਕਹਿ ਤਾਂ ਦਿੰਦਾ ਇਹ ਐਮਪੀ ਦਾ ਕੰਮ ਪਾਰਲੀਮੈਂਟ 'ਚ ਕਾਨੂੰਨ ਬਣਾਉਣ ਦਾ ਕੰਮ ਹੁੰਦਾ। ਉਹਦੇ ਵਿੱਚ ਜਿਵੇਂ ਹੁਣ ਲੇਟੈਸਟ ਦਿੱਲੀ ਦਾ ਕਾਨੂੰਨ ਇੱਕ ਬੜਾ, ਉਹਦੇ ਉੱਤੇ ਡਿਬੇਟ ਹੋਈ। ਉਹਦੇ ਉੱਤੇ ਤੁਸੀਂ ਕੀ ਸਟੈਂਡ ਲੈਣਾ ਹੈ? ਤੁਹਾਡੀ ਪਾਰਟੀ ਨੇ ਕੀ ਲੈਣਾ? ਲੋਕ ਕੀ ਕਹਿ ਰਹੇ ਆ? ਐਮਪੀ ਦਾ ਕੰਮ ਮੇਨ ਪਾਰਲੀਮੈਂਟ ਦੇ ਵਿੱਚ ਉਹਦੇ ਵੋਟ ਕਰਨਾ, ਉਹਦੇ ਵਿੱਚ ਯੈਸ ਨੋ ਕਿੱਧਰਲੇ ਪਾਸੇ ਤੁਸੀਂ ਜਾਣਾ ਹੈ। ਤੇ ਹੁਣ ਖਾਸ ਤੌਰ ਤੇ ਤੁਸੀਂ ਸਾਰਿਆਂ ਨੇ ਦੇਖਿਆ, ਇਹਦੇ ਵਿੱਚ ਬੜਾ ਵੱਡਾ ਡਿਬੇਟ ਵੀ ਹੋਇਆ। ਮਨੀਪੁਰ ਦੇ ਉੱਤੇ ਤੁਸੀਂ ਦੇਖਿਆ ਹੈ। ਉਹ ਗੱਲਾਂ ਹੈ ਜਿਹੜੀਆਂ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਨੇ ਕਰਨੀਆਂ ਹੁੰਦੀਆਂ ਹੈ। ਤੇ
मैं जे छोटी जी गल दसां भी जदों किसान एजीटेशन शुरू होया सी, किसान बिल आए सी, ते उस वेले मैनू पहला मौका मिलिया सी बोलण दा, ते मैनू ये सैटिस्फैक्शन भी आ भी जदों इहो जिहियां गल्लां फैक्ट्स मूहरे रखे ते वो बिल आ जिहड़ा चाहे ਉਹਦੇ ਲਈ बड़ा एजीटेशन भी होया, पर पार्लीमेंट ਜਿਹੜੀਆਂ ਸਾਰੀਆਂ ਜਦੋਂ ਗੱਲਾਂ ਦਸੀਆਂ ਤਾਂ ਉਹ ਬਿੱਲ ਉਹਨਾਂ ਨੂੰ ਵਾਪਸ ਲੈਣਾ ਪਿਆ। ਇਸ ਕਰਕੇ ਇਹ ਰੋਲ ਆ ਜਿਹੜਾ ਐਮਪੀ ਦਾ ਅਸਲੀ ਰੋਲ ਇਹ ਆ। ਤੁਹਾਡੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਅਪਰੋਚੇਬਲ ਨਹੀਂ ਹੈਗੇ ਐਮਪੀ ਸਾਹਿਬ, ਇੰਨਾ ਸੌਖਾ ਨਹੀਂ ਐਮਪੀ ਸਾਹਿਬ ਨੂੰ ਮਿਲਣਾ। ਮੰਨ ਲਿਆ ਕਿ ਤੁਸੀਂ ਦਿੱਲੀ 'ਚ ਬੈਠੇ ਹੋ, ਤੁਸੀਂ ਲਾਅ ਮੇਕਰ ਹੋ, ਪਰ ਲੋਕਾਂ ਦੀਆਂ ਛੋਟੀਆਂ-ਛੋਟੀਆਂ ਮੁਸੀਬਤਾਂ ਨੇ, ਉਹ ਕਿੱਥੇ ਜਾਣ ਲੋਕ? ਦੇਖੋ, ਉਹ ਇੱਕ ਸਿਸਟਮ ਬਣਾਇਆ ਹੋਇਆ ਪਿੰਡ ਦੇ ਵਿੱਚ, ਸਭ ਤੋਂ ਵੱਡੀ ਪਾਰਲੀਮੈਂਟ ਜਿਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਆ, ਜਿੱਥੇ ਸਾਡੇ ਸਰਪੰਚ ਬੈਠੇ ਆ, ਜਿੱਥੇ ਸਾਡੀ ਪੰਚਾਇਤ ਬੈਠੀ ਆ, ਉਹਨਾਂ ਦਾ ਪਿੰਡਾਂ 'ਚ ਕੰਮ ਕਰਨਾ, ਉਹਨਾਂ ਨੂੰ ਤਾਕਤ ਮਿਲੀ ਹੋਈ ਹੈ ਇਸ ਚੀਜ਼ ਦੀ। ਉਦੋਂ ਬਾਅਦ ਸ਼ਹਿਰ ਦੇ ਵਿੱਚ ਸਾਡੇ ਕਾਉਂਸਲਰ ਬੈਠੇ ਆ। ਕਾਉਂਸਲਰ ਵੀ ਇੱਕ ਤੁਹਾਨੂੰ ਪਤਾ ਪਾਰਲੀਮੈਂਟ ਵਾਂਗੂ ਲੁਧਿਆਣਾ ਤਾਂ ਬਹੁਤ ਵੱਡਾ 95 ਵਾਰਡਸ ਨੇ ਉਰੇ। ਕਾਉਂਸਲਰ ਦਾ ਕੰਮ ਆ ਕੋਈ ਸੀਵਰੇਜ ਸਾਫ਼ ਕਰਾਉਣਾ ਹੈ, ਕਿਸੇ ਮੁਹੱਲੇ 'ਚ ਲਾਈਟ ਨਹੀਂ ਗਈ, ਕੋਈ ਟਰਾਂਸਫਾਰਮਰ ਖਰਾਬ ਹੋ ਗਿਆ, ਕੋਈ ਪਾਣੀ ਦੀ ਦਿੱਕਤ ਆ, ਇਹ ਚੀਜ਼ਾਂ ਜਿਹੜੀਆਂ ਕਾਉਂਸਲਰ ਕਰਦਾ ਏ। ਉਦੋਂ ਬਾਅਦ ਵਿਧਾਨ ਸਭਾ ਆ ਜਾਂਦੀ ਆ। ਵਿਧਾਨ ਸਭਾ ਦੇ ਵਿੱਚ ਕੋਈ ਵੀ ਵੱਡਾ ਕਾਲਜ ਲੈ ਕੇ ਆਉਣਾ, ਕੋਈ ਸਕੂਲ ਲੈ ਕੇ ਆਉਣਾ, ਕੋਈ ਡਿਸਪੈਂਸਰੀ ਲੈ ਕੇ ਆਉਣੀ ਆ, ਉਹ ਬਜਟ ਜਦੋਂ ਬਣਦਾ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਏ ਉਹ ਇਸ਼ੂ ਉੱਥੇ ਆਉਂਦਾ ਏ। ਐਮਪੀ ਦੇ ਕੋਲ ਤਾਂ ਜਿਵੇਂ ਸਾਡੇ ਕੋਲ ਐਮਪੀ ਲੈਂਡ ਫੰਡ ਹੁੰਦਾ ਏ, ਉਹ ਅਸੀਂ ਐਮਪੀ ਲੈਂਡ ਫੰਡ ਦੇ ਸਕਦੇ ਹਾਂ। ਅਸੀਂ ਜਿਵੇਂ ਕੋਈ ਵੀ ਪ੍ਰਾਈਮ ਮਿਨਿਸਟਰ ਦੇ ਨਾਂ ਤੇ ਕੋਈ ਵੀ ਸਕੀਮ ਚੱਲ ਰਹੀ ਆ, ਸਭ ਤੋਂ ਇਹ ਨਹੀਂ ਜਿਹੜਾ ਹਰਾ ਪੈਨ ਕਹਿ ਦਿੰਦੇ ਆ ਨਾ, ਇੱਕ 3 ਪੇਸ਼ੈਂਟ ਕੋਈ ਵੀ ਉੱਤੇ ਜਿੰਨਾ ਵੀ ਮਰਜ਼ੀ ਪੈਸਾ ਖਰਚ ਹੋਣਾ ਹੋਵੇ, ਤੁਸੀਂ ਪ੍ਰਾਈਮ ਮਿਨਿਸਟਰ ਰਿਲੀਫ ਫੰਡ 'ਚ ਐਮਪੀ ਚਿੱਠੀ ਲਿਖ ਸਕਦਾ। 3 ਪੇਸ਼ੈਂਟ, ਉਹਨਾਂ ਦਾ ਕੈਂਸਰ ਦਾ ਇਲਾਜ ਆ ਜਿਹੜਾ ਉਹ ਕਿਸ ਤਰੀਕੇ ਦਾ ਵੀ ਹੋਵੇ ਉਹ ਕਰ ਸਕਦੇ ਆ। ਜਿਵੇਂ ਹੁਣ ਕੱਲ੍ਹ ਹੀ ਹੈਂਡੀਕੈਪ ਕੈਂਪ ਹੈ, ਐਮਪੀ ਦੇ ਇਹ ਸਕੀਮ ਆ ਜਿਹੜੀ ਸੋਸ਼ਲ ਜਸਟਿਸ ਮਹਿਕਮੇ ਦੀ ਆ, 1972 ਚ ਇੰਦਰਾ ਗਾਂਧੀ ਜੀ ਨੇ ਸ਼ੁਰੂ ਕੀਤੀ ਸੀ, ਉਹਨੂੰ ਲੋਕ ਵਰਤਦੇ ਹੀ ਨਹੀਂ। ਜੇ ਮੈਂ ਹੁਣ ਕੱਲ੍ਹ ਹੀ ਕੈਂਪ ਲਾ ਕੇ ਹਟਿਆ, ਤੁਸੀਂ ਹੈਰਾਨ ਹੋਵੋਗੇ, ਹੈਂਡੀਕੈਪ ਜਿਹੜੇ ਪਿਛਲਾ ਮੈਂ ਕੈਂਪ ਕੋਵਿਡ ਤੋਂ ਪਹਿਲਾਂ ਲਾਇਆ ਸੀ 3 ਕਰੋੜ ਰੁਪਏ ਦਾ ਸਮਾਨ ਸੀ, ਤੇ ਕੱਲ ਅਸੀਂ 1 ਕਰੋੜ ਤੋਂ ਉੱਤੇ ਦਾ ਸਮਾਨ। ਉਦੋਂ ਪਤਾ ਲੱਗਦਾ ਜਿਹੜੇ ਆ ਬੱਚੇ ਬੈਠੇ ਆ ਨਾ, ਪ੍ਰਮਾਤਮਾ ਦੇ ਇਹ ਵੀ ਖਾਸ ਨੇ, ਪਰ ਉਹ ਜਿਹੜੇ ਸਪੈਸ਼ਲ ਬੱਚੇ ਆ, ਜਦੋਂ ਉਹਨਾਂ ਨੂੰ ਉਹ ਬਲਾਈਂਡ ਨੇ, ਉਹਨਾਂ ਨੂੰ ਨਹੀਂ ਦਿਖਦਾ, ਤੇ ਜੇ ਮੇਰੇ ਸਾਈਨ ਨਾਲ ਉਹਨਾਂ ਨੂੰ ਲਾਵਾ ਕੰਪਨੀ ਦਾ ਕੱਲ ਨੂੰ 12-12 ਹਜ਼ਾਰ ਦੇ ਟੈਲੀਫੋਨ ਮਿਲੇ, ਜਿਹੜੇ ਕਿ ਉਹਦੇ ਉੱਤੇ ਉਹ ਕੋਈ ਵੀ ਬੋਲ ਕੇ ਉਹ ਉਹਨਾਂ ਨੂੰ ਅੱਜ ਕੱਲ ਐਂਡਰੋਇਡ ਸਾਰੇ ਟੈਲੀਫੋਨ ਇਹ ਆਉਂਦਾ ਏ। ਕਈ ਲੋਕ ਕਾਲਜ ਨਹੀਂ ਜਾ ਸਕਦੇ ਸੀ, ਉਹ ਹੈਂਡੀਕੈਪ ਸੀ, ਤੇ ਉਹਨਾਂ ਨੂੰ 45,000 45,000 ਬੜੀ ਵੱਡੀ ਅਮਾਊਂਟ ਹੁੰਦੀ ਹੈ। ਉਹਨਾਂ ਨੂੰ ਇਲੈਕਟ੍ਰਿਕ ਜਿਹੜੇ ਸਕੂਟਰ ਨੇ ਉਹ ਵੰਡੇ ਕੱਲ 100 ਤੋਂ ਉੱਤੇ। ਉਹ ਇਹੋ ਜਿਹੀਆਂ ਚੀਜ਼ਾਂ ਹੈ ਜਿਹੜੀਆਂ, ਜਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਹੈ, ਉਹਦੇ ਵਿੱਚ ਐਮਪੀ ਦੇ ਸਾਈਨ ਹੁੰਦੇ ਆ। ਦਿਸ਼ਾ ਦੀ ਕਮੇਟੀ ਇੱਕ ਐਮਪੀ ਦੇ ਕੋਲ ਇੱਕ ਪਾਵਰ ਆ, ਜਿਹੜੇ ਸੈਂਟਰ ਦੀ ਸਕੀਮਸ ਕੋਈ ਵੀ ਆਉਂਦੀਆਂ ਉਹਦੇ ਵਿੱਚ ਕੁਆਟਰਲੀ 3 ਮਹੀਨੇ ਬਾਅਦ ਐਮਪੀ ਉਹ ਮੀਟਿੰਗ ਕਰ ਸਕਦਾ ਏ, ਉਹ ਪੁੱਛ ਸਕਦਾ ਉੱਥੇ ਬਹਿ ਕੇ ਵੀ ਆਹ ਸੈਂਟਰ ਤੋਂ ਭਾਈ ਇੰਨੀਆਂ ਆਹ ਸਕੀਮਸ ਆਈਆਂ, ਇਹਦੇ ਬਾਰੇ ਇੰਪਲੀਮੈਂਟੇਸ਼ਨ ਕਿਵੇਂ ਆ। ਜਿਵੇਂ ਪਿੰਡਾਂ 'ਚ ਮਨਰੇਗਾ ਵਰਗੀ ਸਕੀਮ ਆ, ਅੱਜ ਉਹਦੇ ਨਾਲ ਜਿਹਦੇ ਕੋਲ ਕੋਈ ਵੀ ਰੋਜ਼ਗਾਰ ਨਹੀਂਗਾ ਉਹ ਮਨਰੇਗਾ 'ਚ ਕੰਮ ਕਰ ਲੈਂਦਾ ਏ, ਉਹਦੇ ਵਿੱਚ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ। ਐਸੀਆਂ ਸਕੀਮਾਂ ਨੇ ਜਿਹੜੀਆਂ, ਜਿਹਦਾ ਐਮਪੀ ਦਾ ਮੇਨ ਕੰਮ ਇਹ ਰਹਿੰਦਾ ਹੈ। ਤੁਸੀਂ ਮੈਨੂੰ ਕਹਿ ਦਿੰਦੇ ਹੋ ਕਿ ਸਵਾਲ ਉਹੋ ਜਿਹੇ ਕਰਦਾ, ਮੈਂ ਆ ਸਾਰਾ ਯੂਥ ਬੈਠਾ ਹੈ, ਤੁਸੀਂ ਪੋਲਿਟਿਕਸ ਤੋਂ ਖੁਸ਼ ਹੋ ਜਿਹੋ ਜੀ ਪੋਲਿਟਿਕਸ ਹੋ ਰਹੀ ਹੈ ਦੇਸ਼ 'ਚ? ਆ ਸੁਣੋ ਜੀ, ਦੁਬਾਰਾ ਦੱਸਿਓ ਜੀ, ਪੋਲਿਟਿਕਸ ਜਿਹੜੀ ਦੇਸ਼ 'ਚ ਹੋ ਰਹੀ ਹੈ, ਖੁਸ਼ ਹੋ? ਇੱਕ ਯੈਸ ਵਾਲਾ ਵੀ ਕੋਈ ਇੱਧਰ ਹੈਗਾ? ਲਾਈਟ ਜਗਾ ਦਿਓ। ਬਿੱਟੂ ਜੀ, ਇਹ ਯੂਥ ਹੈ, ਇਹ 12 13 15 ਸਾਲ ਦੇ ਬੱਚੇ ਨੇ, ਤੁਸੀਂ ਪੋਲਿਟਿਕਸ ਜੁਆਇਨ ਕਰਨਾ ਚਾਹੁੰਦੇ ਹੋ? ਨਹੀਂ ਜਾਣਾ ਚਾਹੁੰਦੇ? ਸਿਆਸਤ ਨੂੰ ਇੰਨਾ ਗੰਦਲਾ ਬਣਾਤਾ ਸਾਡੇ ਸਿਆਸਤਦਾਨਾਂ ਨੇ। ਇੱਥੇ ਹੀ ਤਾਂ ਫਿਰ ਗਲਤ ਪੁਆਇੰਟ ਆ। ਇਹ ਪੇਰੈਂਟਸ ਵੀ ਕੁਝ ਬੈਠੇ ਆ, ਟੀਚਰਸ ਵੀ ਕੁਝ ਹੋਣਗੇ ਨਾਲ। ਆਪਾਂ ਨੋ ਤਾਂ ਕਹਿਤਾ ਵੀ ਇਹ ਗੰਦੀ ਆ, ਤੇ ਇਹਨੂੰ ਚੰਗੀ ਕੌਣ ਕਰੂਗਾ? ਤੁਸੀਂ ਤਾਂ ਬਿਗ ਨੋ ਕਹਿਤਾ ਵੀ ਅਸੀਂ ਨਹੀਂ ਆਉਣਾ ਪੋਲਿਟਿਕਸ 'ਚ, ਤੇ ਫਿਰ ਜਿਹੋ ਜਿਹੇ ਆਉਣਗੇ ਉਹੋ ਜਿਹਾ ਕਰਨਗੇ। ਬਈ ਤੁਸੀਂ ਇੱਕ ਮਿੰਟ ਮੈਂ ਕੁਐਸਚਨ ਰਾਉਂਡ ਲਊਂਗਾ, ਪਲੀਜ਼ ਸੁਣ ਲਓ। ਇੱਕ ਮਿੰਟ ਬੇਟਾ, ਜੇ ਤੁਸੀਂ ਜਿਹੜਾ ਲੋਟ ਹੈਗਾ ਏ ਉਹਨੂੰ ਚੇਂਜ ਤਾਂ ਕਰਨਾ ਪਊ ਨਾ। ਚੇਂਜ ਲਿਆਉਣ ਲਈ
ਤੇ ਤੁਸੀਂ ਅੱਜ ਤੋਂ ਹੀ ਹੁਣ ਮਿਹਨਤ ਕੀਤੀ, ਕੋਈ ਤੁਹਾਡੇ ਚੋਂ ਡਾਕਟਰ ਬਣਨਾ ਚਾਹੁੰਦਾ ਏ, ਵੈਰੀ ਗੁੱਡ, ਬਣਨਾ ਚਾਹੀਦਾ ਏ, ਕੋਈ ਸਾਇੰਟਿਸਟ ਬਣਨਾ ਚਾਹੁੰਦਾ ਏ, ਬਣਨਾ ਚਾਹੀਦਾ ਏ, ਕੋਈ ਬਾਹਰ ਜਾਣਾ ਚਾਹੁੰਦਾ ਏ, ਕੋਈ ਪ੍ਰੋਫੈਸਰ ਬਣਨਾ ਚਾਹੁੰਦਾ ਏ। ਅਰੇ ਬਈ ਕੋਈ ਇੱਕ ਬੰਦਾ ਇਸ ਪੋਲਿਟਿਕਸ 'ਚ ਵੀ ਤਾਂ ਆਓ। ਕਿਵੇਂ ਸੁਧਰੂਗੀ ਇਹ ਜਦੋਂ ਤੁਸੀਂ ਹਰ ਤੇ ਕੋਈ ਕੌਂਸਲਰ ਲੈਵਲ ਤੇ, ਬਲਾਕ ਸੰਮਤੀ ਲੈਵਲ ਤੇ, ਜ਼ਿਲ੍ਹਾ ਪ੍ਰੀਸ਼ਦ ਲੈਵਲ ਤੇ, MP ਲੈਵਲ ਤੇ, MLA ਲੈਵਲ ਤੇ ਆਉਂਗੇ, ਆਪਣੇ ਆਪ ਚੰਗੇ ਕਾਨੂੰਨ ਬਣਾਓਗੇ। ਜਦੋਂ ਤਾਕਤ ਤੁਹਾਡੇ ਕੋਲ ਹੋਊਗੀ ਤੇ ਕਾਨੂੰਨ ਬਦਲ ਦਿਓ ਆ ਕੇ ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਦੇ। ਤਾਕਤ ਤਾਂ ਆਪਣੇ ਹੱਥ ਲਿਆਓ। ਜੇ ਤੁਸੀਂ ਇਹ ਤੋਂ ਪਰੇ ਰਹੋਗੇ ਫਿਰ ਤੁਹਾਨੂੰ ਐਂ ਹੀ ਮਹਿਸੂਸ ਹੁੰਦਾ ਰਹੂਗਾ ਵੀ ਇਹ ਠੀਕ ਨਹੀਂ ਹੋ ਰਿਹਾ। ਇਹ ਵਿੱਚ ਵੜਨਾ ਹੀ ਪੈਣਾ ਹੈ। ਜੇ ਕਿਸੇ ਚੀਜ਼ ਨੂੰ ਸਾਫ਼ ਕਰਨਾ ਹੈ ਉਹਦੇ ਵਿੱਚ ਜਾਣਾ ਪਊਗਾ। ਬਾਹਰੋਂ ਖੜੇ ਹੋ ਕੇ ਆਪਾਂ ਕਿਵੇਂ ਕਹਿ ਸਕਦੇ ਹਾਂ ਮੈਨੂੰ ਸਾਫ਼ ਕਰੋ, ਇਹਨੂੰ ਸਾਫ਼ ਕਰੋ? ਹੱਥ 'ਚ ਇੱਕ ਵੱਡੀ ਗੱਲ ਹੋਰ ਹੈ, ਸੱਚੀ ਬੋਲਿਓ, ਝੂਠ ਨਾ ਬੋਲਿਓ, ਹੱਥ ਖੜਾ ਕਰਕੇ ਦੱਸੋ ਬਾਹਰ ਕੌਣ ਕੌਣ ਜਾਣਾ ਚਾਹੁੰਦਾ ਹੈ? ਕੈਨੇਡਾ, ਆਸਟ੍ਰੇਲੀਆ, ਇੱਥੋਂ ਛੱਡ ਕੇ ਕੌਣ ਜਾਣਾ ਚਾਹੁੰਦਾ ਹੈ? ਬਹੁਤ ਵੱਡਾ ਨੰਬਰ ਹੈ। ਦੇਖੋ 40% ਤਾਂ ਹੈਗਾ ਹੀ ਆ। ਇਹਦੀ ਜ਼ਿੰਮੇਵਾਰੀ ਤੁਸੀਂ ਪੋਲੀਟੀਸ਼ੀਅਨਸ, ਤੁਸੀਂ ਲੋਕ ਮੰਨਦੇ ਹੋ, ਤੁਸੀਂ ਜ਼ਿੰਮੇਦਾਰ ਹੋ ਕਿ ਅੱਜ ਇਹ ਬੱਚੇ ਇੱਥੋਂ ਛੱਡ ਕੇ ਬਾਹਰ ਜਾ ਰਹੇ ਆ। ਦੇਖੋ ਇੱਕ ਗੱਲ ਸਮਝੋ, ਅੱਜ ਦੁਨੀਆ ਇੱਕ ਹੋ ਰਹੀ ਆ। ਅੱਜ ਇੰਡੀਆ, ਅਮਰੀਕਾ, ਕੈਨੇਡਾ, ਉਹਨੂੰ ਤੁਸੀਂ ਅਲੱਗ ਨਾ ਸਮਝੋ। ਇਹ ਕਿਸੇ ਵੇਲੇ ਅਸੀਂ ਵਲਾਇਤ ਜਾਣਾ, ਇੱਥੇ ਕੌਣ ਸੰਭਾਲੂ ਫਿਰ? ਮੇਰੀ ਗੱਲ ਸੁਣੋ, ਅੱਜ ਦੁਨੀਆ ਇੱਕ ਆ, ਇਹ ਕਿਤੇ ਵੀ ਜਾਣ। ਅੱਜ ਕੋਈ ਬੱਚਾ ਕਿਤੇ ਜੌਬ ਕਰਨਾ ਚਾਹੁੰਦਾ ਹੈ, ਕੋਈ ਪੂਨਾ ਜਾਣਾ ਚਾਹੁੰਦਾ, ਕੋਈ ਬੰਗਲੌਰ ਜਾਣਾ ਚਾਹੁੰਦਾ, ਕੋਈ ਅਮਰੀਕਾ ਜਾਣਾ ਚਾਹੁੰਦਾ। ਦੂਜੀ ਗੱਲ, ਇੰਡੀਆ ਦੇ ਕੋਲ ਹੈ ਕੀ ਸੀ ਜੀ? ਇੰਡੀਆ ਦੇ ਕੋਲ ਆਜ਼ਾਦੀ ਤੋਂ ਬਾਅਦ ਆਪਾਂ ਕਹਿ ਤਾਂ ਦਿੰਨੇ ਆ, ਆਪਣੇ ਹਾਲਾਤ ਕੀ ਸੀ? ਫਿਰ ਇਹ ਸਾਨੂੰ ਐਵੇਂ ਹੀ ਪੜਾਈ ਗਏ ਵੀ ਸੋਨੇ ਦੀ ਚਿੜੀ ਇੰਡੀਆ। ਉਹ ਪੜਾਉਣ ਵਾਲਿਆਂ ਦੀ ਗਲਤੀ ਆ। ਜਿਹੜੇ ਪੜਾਈ ਗਏ, ਸੋਨੇ ਦੀ ਚਿੜੀ ਹੈ ਕਿੱਥੇ ਸੀ? ਦਿਖਾਓ ਤਾਂ ਸਹੀ। ਕੋਈ ਸੋਨੇ ਦੀ ਚਿੜੀ ਹੁੰਦੀ ਆ? ਚਿੜੀ 'ਚ ਤਾਂ ਛੋਟੀ ਜਿਹੀ ਇੱਕ ਜਾਨ ਹੁੰਦੀ ਆ, ਫੰਗ ਹੁੰਦੇ ਆ, ਫਰ ਹੁੰਦੇ ਆ। ਸੋਨੇ ਦੀ ਚਿੜੀ ਦੇਖੀ ਹੈ ਕਦੇ ਕਿਸੇ ਨੇ? ਅਰੇ ਬਈ ਚਿੜੀ ਜੇ ਸੋਨੇ ਦੀ ਹੁੰਦੀ ਹੋਈ ਨਹੀਂ ਤੇ ਫਿਰ ਉਹ ਝੂਠ ਹੀ ਪੜ ਰਹੇ ਸੀ ਤੁਸੀਂ। ਇਹ ਤਾਂ ਪੜਾਉਣ ਵਾਲਿਆਂ ਦਾ ਕਸੂਰ ਆ ਵੀ ਜਿਹੜੇ ਤੁਹਾਨੂੰ ਸੋਨੇ ਦੀ ਚਿੜੀ ਲੰਬਾ ਸਮਾਂ ਬਿੱਟੂ ਜੀ ਰਾਜ ਕੀਤਾ ਕਾਂਗਰਸ ਨੇ, ਬਹੁਤ ਲੰਬਾ ਸਮਾਂ ਰਾਜ ਕੀਤਾ। ਪੰਜਾਬ ਦੇ ਵਿੱਚ ਵੀ ਹੁਣ ਸਰਕਾਰ ਰਹੀ, ਜਿਹੜੇ ਵੱਡੇ ਇਸ਼ੂਜ਼ ਆ ਉਹ ਐਡਰੈਸ ਨਹੀਂ ਹੋਏ। ਡਰੱਗਸ ਦਾ ਇਸ਼ੂ ਹੈ, ਉਹ ਐਡਰੈਸ ਨਹੀਂ ਹੋਇਆ। ਸਕੂਲਾਂ ਤੱਕ ਵੀ ਮੈਨੂੰ ਪਤਾ ਲੱਗਦਾ, ਮੈਂ ਹਾਲਾਂਕਿ ਇਹਨਾਂ ਨੂੰ ਕਹਿਣਾ ਨਹੀਂ ਚਾਹੁੰਦਾ, ਪਰ ਇਹ ਅਵੇਅਰ ਨੇ। ਅੱਜ ਇਹਨਾਂ ਨੂੰ ਪਤਾ ਹੈ ਕਿ ਡਰੱਗ ਕਿੱਥੋਂ ਤੱਕ ਪਹੁੰਚਿਆ ਹੈ। ਸੈਕਰੀਲੇਜ ਦੇ ਇਸ਼ੂਜ਼ ਹੋਏ, ਇਹ ਪੋਲੀਟੀਕਲ ਗੱਲਾਂ ਜ਼ਰੂਰ ਹੋਈਆਂ, ਪਰ ਅੱਜ ਇਹ ਬੱਚੇ, ਇਹਨਾਂ ਦਾ ਮਾਈਂਡਸੈਟ ਬਣਿਆ ਕਿ ਜਦੋਂ ਇੱਥੇ ਇਹੋ ਹੀ ਕੁਝ ਮਿਲਣਾ ਤਾਂ ਵਾਈ ਨਾਟ ਅਸੀਂ ਬਾਹਰ ਜਾਂਦੇ ਰਹੀਏ। ਦੇਖੋ ਮੱਕੜ ਸਾਹਿਬ, ਇਹ ਤੁਸੀਂ ਧਿਆਨ ਨਾਲ ਇਹ ਗੱਲ ਕਰਨਾ, ਇਦੋਂ ਸੀਰੀਅਸ ਕੋਈ ਇਸ਼ੂ ਹੀ ਨਹੀਂਗਾ। ਮੇਰਾ ਆਪ ਦਾ ਬੇਟਾ ਇਸ ਵੇਲੇ ਉਹ 10th 'ਚ, ਤੇ ਅੱਜ ਮੇਰੀ ਵਾਈਫ ਮੈਨੂੰ ਇਹ ਗੱਲ ਦਾ ਫਿਕਰ ਪਿਆ ਹੋਇਆ ਹੈ ਵੀ ਯਾਰ ਸਕੂਲ ਜਾ ਰਿਹਾ ਤੇ ਕੀ ਪਤਾ ਕੀ ਕੋਈ ਬਾਹਰ ਉੱਥੇ ਗਲਤ ਪਾਸੇ ਲਾ ਦਊਗਾ। ਡਰ ਲੱਗਦਾ ਤੁਹਾਨੂੰ? ਡਰ ਲੱਗਦਾ, ਬਿਲਕੁਲ ਲੱਗਦਾ। ਮੈਂ ਤਾਂ ਇਹਨੂੰ ਕੋਈ ਮੁੱਕਰ ਹੀ ਨਹੀਂ ਸਕਦਾ ਇਸ ਗੱਲ ਨੂੰ। ਉਹ ਝੂਠ ਹੋਊਗਾ ਜੇ ਇਸ ਬੱਚਿਆਂ ਦੇ ਮੂਹਰੇ ਜਿਹੜਾ ਸਾਡਾ ਭਵਿੱਖ ਹੈ ਮੈਂ ਗੱਲ ਕਹੂੰਗਾ। ਪਰ ਤੁਹਾਨੂੰ ਯਾਦ ਹੋਣਾ ਮੱਕੜ ਸਾਹਿਬ, ਇਹ ਸਾਰੇ ਅੱਜ ਕੱਲ ਤਾਂ ਖੈਰ ਜੰਮਦਾ ਬੱਚਾ ਹੈ ਜਿਹੜਾ ਉਹ ਮੋਬਾਈਲ ਉਹਨੂੰ ਫੜਾ ਦਿਓ, ਉਹ ਹੱਥ ਮਾਰ ਕੇ ਚਲਾ ਲੈਂਦਾ। ਮੈਂ ਤੁਹਾਨੂੰ ਯਾਦ ਹੋਣਾ 2008, ਉਸ ਵੇਲੇ ਹਜੇ ਉਦੋਂ ਸਿਰਫ ਕੋਰੈਕਸ ਜਿਹੜੀਆਂ ਖੰਘ ਦੀ ਕਫ ਸਿਰਪ ਜਾਂ ਹੋਰ ਸੀ। ਮੈਂ ਸਾਰੇ ਪੰਜਾਬ ਦੇ ਵਿੱਚ ਉਦੋਂ ਯਾਤਰਾ ਕੀਤੀ ਸੀ 45 ਦਿਨ ਦੀ, 1500 ਕਿਲੋਮੀਟਰ। ਮੈਂ ਉਦੋਂ ਪਿੰਡ ਜਾ ਕੇ ਇਹ ਗੱਲ ਕਹੀ ਸੀ। ਪੋਲੀਟੀਕਲ ਗੱਲ ਮੈਂ ਤੁਹਾਡੇ ਤੇ ਬਾਅਦ ਚ ਆਉਣਾ ਵੀ ਤਾਕਤ ਕੀ ਕਰਦੀ ਹੈ, ਗਵਰਨਮੈਂਟਸ ਕੀ ਕਰਦੀਆਂ, ਉਹ ਤੇ ਵੀ ਮੈਂ ਸਪਸ਼ਟ ਜਵਾਬ ਦਊਂ। ਪਰ ਮੈਂ ਉਦੋਂ ਇਹ ਗੱਲ ਕਹੀ ਸੀ ਬਈ ਕਿਸੇ ਅੱਜ ਤਾਂ ਉਹ ਆਫੀਸਰਸ ਦੇ ਵੀ ਘਰੇ ਪਹੁੰਚ ਗਈ, ਅੱਜ ਉਹ ਅਫਸਰਾਂ ਦੇ ਵੀ, ਪੋਲੀਟੀਕਲ ਬੰਦਿਆਂ ਦੇ ਵੀ ਘਰੇ ਪਹੁੰਚ ਗਈ। ਉਦੋਂ ਮੈਂ ਬਾਰ-ਬਾਰ ਹਰ ਪਿੰਡ 'ਚ ਜਾ ਕੇ ਕਿਹਾ ਸੀ। ਯੂਥ ਕਾਂਗਰਸ ਮੈਂ ਪਹਿਲਾ ਇਲੈਕਟਿਡ ਪ੍ਰੈਜ਼ੀਡੈਂਟ ਬਣਿਆ ਸੀ। ਮੈਂ ਲੋਕਾਂ ਨੂੰ ਕਿਹਾ ਸੀ, ਮੈਂ ਕਿਹਾ ਸਮਾਜਿਕ ਬਾਈਕਾਟ ਕਰੋ, ਕਿਸੇ ਨੇ ਕੁਝ ਨਹੀਂ ਕਰਨਾ ਜਿੰਨਾ ਚਿਰ ਤੁਸੀਂ ਇਹ ਫੈਸਲਾ ਨਹੀਂ ਕਰੋਗੇ ਪਿੰਡ 'ਚ ਜਾਂ ਸ਼ਹਿਰ 'ਚ। ਇਹ ਆਪਾਂ ਕਹਿ ਸਕਦੇ ਹਾਂ ਵੀ ਇਹ ਸੌਖਾ ਕੰਮ ਆ ਕਹਿਣਾ ਵੀ ਗਵਰਨਮੈਂਟ ਕੀ ਕਰਦੀ ਆ ਜੀ। ਗਵਰਨਮੈਂਟ ਜੇ ਕਰਦੀ ਹੁੰਦੀ ਤਾਂ ਠੀਕ ਨਾ ਹੋ ਜਾਂਦਾ। ਗਵਰਨਮੈਂਟ ਨੇ ਤਾਂ ਨਹੀਂ ਕੀਤਾ। ਐਗਰੀ ਕਰਦੇ ਹੋ? ਮੰਨਦੇ? ਮੈਂ 100% ਐਗਰੀ ਕਰਦਾ ਨਾ। ਇਹ 'ਚ ਕੀ ਇੱਕ
ਪਹਿਲਾਂ ਅਕਾਲੀ ਦਲ ਰਹੀ, ਫਿਰ ਕਾਂਗਰਸ ਆ ਗਈ, ਹੁਣ ਆਮ ਆਦਮੀ ਪਾਰਟੀ ਸਰਕਾਰ ਆ ਗਈ, ਉੱਤੇ ਕਾਂਗਰਸ ਰਹੀ, ਉੱਤੇ 10 ਸਾਲ ਮੋਦੀ ਸਾਹਿਬ ਨੂੰ ਹੋ ਗਏ। ਸਾਰੀਆਂ ਹੀ ਸਰਕਾਰਾਂ ਬਦਲ ਗਈਆਂ, ਲੋਕ ਬਦਲ ਬਦਲ ਕੇ ਦੇਖਦੇ ਗਏ, ਲੋਕ ਤਾਂ ਉਹੀ ਨੇ। ਪਰ ਮੈਂ ਉਦੋਂ ਕਿਹਾ ਸੀ ਵੀ ਜਿਹੜਾ ਆਇਡੈਂਟੀਫਾਈ ਕਰ ਲਓ ਵੀ ਜਿਹੜਾ ਫੈਮਿਲੀ, ਇਹ ਸਭ ਨੂੰ ਪਤਾ ਹੁੰਦਾ ਮੱਕੜ ਸਾਹਿਬ, ਆਪਣੇ ਮੁਹੱਲੇ 'ਚ ਆਪਣੇ ਪਿੰਡ 'ਚ ਵੀ ਕੌਣ ਡਰੱਗ ਵੇਚ ਰਿਹਾ, ਤੁਸੀਂ ਉਹਦੇ ਨਾਲ ਸੋਸ਼ਲ ਸਮਾਜਿਕ ਬਾਈਕਾਟ ਕਰੋ। ਉਹਦੇ ਘਰ 'ਚ ਜੇ ਕੋਈ ਸੁੱਖ ਉਹਦੇ ਘਰ 'ਚ ਕੋਈ ਵਿਆਹ ਸ਼ਾਦੀ ਆ, ਪਿੰਡ ਵਾਲੇ ਕਹਿਣ ਵੀ ਅਸੀਂ ਨਹੀਂ ਜਾਣਾ ਭਾਈ, ਕਾਰਡ ਉਹ ਬੇਸ਼ੱਕ ਦੇ ਦੇਵੇ ਵੀ ਤੂੰ ਤਾਂ ਸਮਾਜ ਦਾ ਗੰਦਾ ਬੰਦਾ ਹੈ, ਅਸੀਂ ਤੇਰੇ ਵਿਆਹ 'ਚ ਕਿਉਂ ਆਏ। ਜੇ ਕੋਈ ਉਹਦੇ ਦੁੱਖ ਵੰਡਣ ਦਾ ਟਾਈਮ ਆ, ਉਹ ਵੀ ਕੋ ਨਹੀਂ। ਜਿੰਨਾ ਚਿਰ ਸਮਾਜ ਅੱਗੇ ਨਹੀਂ ਆਏਗਾ, ਜਿਵੇਂ ਕਿ ਹੁਣ ਬਹੁਤ ਪਿੰਡਾਂ 'ਚ ਹੋਣ ਲੱਗ ਗਿਆ ਨਾ, ਇਹ ਉਹਨਾਂ ਚਿਰ ਕੋਈ ਕੁਛ ਨਹੀਂ ਕਰਨਾ। ਇਹ ਮੈਂ ਇੱਕ ਬਹੁਤ ਸੀਨੀਅਰ ਆਫੀਸਰ ਨਾਲ ਗੱਲ ਕੀਤੀ, ਹਜੇ ਕਿ ਹਰਪ੍ਰੀਤ ਸੰਧੂ ਬੜੇ ਚੰਗੇ ਆਫੀਸਰ IPS ਮੰਨੇ ਗਏ। ਉਹ ਕਹਿੰਦੇ ਕਰੀਏ ਕੀ, ਜੇ ਹੁਣ ਇਹਨਾਂ ਦੇ ਮੂਹਰੇ ਡਰੱਗਸ ਦਾ ਨਾਂ ਲੈਣ ਨੂੰ ਜੀ ਨਹੀਂ ਕਰਦਾ। ਅਫੀਮ, OPM ਜਾਂ ਪੌਪੀ ਹਸਕ ਸੀ, ਉਹ ਕਹਿੰਦੇ ਜੀ ਟਰੱਕ ਆਉਂਦਾ ਸੀ, ਭਰ ਕੇ ਦਿਖ ਜਾਂਦਾ ਸੀ, ਕਿਲੋਆਂ 'ਚ ਹੁੰਦੀ ਸੀ, ਫੜ ਲਈਦਾ ਸੀ। ਪਰ ਇਹ ਤਾਂ ਇੰਨੀ ਨੌਂ 'ਚ ਪਤਾ ਨਹੀਂ ਕਿੱਥੇ ਲੁਕੋ ਕੇ ਆ ਜਾਂਦੇ ਆ। ਤੇ ਜੇ ਉਦੋਂ ਬਾਅਦ ਇਹਨਾਂ ਨੂੰ ਫੜ ਲੈਂਦੇ ਆ, ਇਹਨਾਂ ਦਾ ਜੇਲ੍ਹ 'ਚ ਇਹ ਨਹੀਂ ਪਤਾ ਵੀ 1-2 ਘੰਟੇ 'ਚ ਇਹਨਾਂ ਨੂੰ ਕੀ ਹੋ ਜਾਣਾ। ਤੇ ਪੁਲਿਸ ਵੀ ਇਹਨਾਂ ਨੂੰ ਹੱਥ ਲਾਉਣੋਂ ਹੀ ਡਰਦੀ ਆ, ਮੈਂ ਤੁਹਾਨੂੰ ਦੱਸਾਂ। ਪਰ ਇਹ ਕੋਈ ਕੰਮ ਨਹੀਂ ਚੱਲਣਾ। ਗਵਰਨਮੈਂਟ ਦੇ ਲੈਵਲ ਤੇ ਮੈਨੂੰ ਤਾਂ ਕੋਈ ਯਕੀਨ ਰਿਹਾ ਨਹੀਂ। ਮੈਂ ਐਜ਼ ਏ 3 ਵਾਰ ਦਾ ਮੈਂਬਰ ਪਾਰਲੀਮੈਂਟ, ਸਭ ਤੋਂ ਸੀਨੀਅਰ ਮੈਂ ਇਸ ਵੇਲੇ ਛੋਟੀ ਏਜ 'ਚ ਬਣ ਗਿਆ ਸੀ। ਇਹ ਬੱਚਿਆਂ ਨੂੰ ਆਪਣੇ ਆਪ, ਕਿਉਂਕਿ ਚਲੋ ਇਹ ਪੇਰੈਂਟਸ ਨੂੰ, ਸਾਨੂੰ ਆਪ ਨੂੰ ਆਪਣੇ ਹੱਥ ਜਿਹੜਾ ਉਹ ਲੈਣਾ ਪਊਗਾ ਕਈ ਵਾਰ। ਜਾਂ ਇੱਕ ਗੱਲ ਮੈਂ ਗਵਰਨਮੈਂਟ ਦੇ ਲੈਵਲ ਤੇ ਮੈਂ ਕੋਈ ਲੁਕਾਉਣ ਵਾਲੀ ਗੱਲ ਨਹੀਂ ਕਰਦਾ। ਮੇਰਾ ਜੋ ਇਹਦੀ ਕ੍ਰਿਟਿਸਿਜ਼ਮ ਵੀ ਹੋ ਸਕਦਾ, ਇਹਨੂੰ ਮੈਨੂੰ ਕੋਈ ਗਲਤ ਵੀ ਕਹਿ ਸਕਦਾ, ਪਰ ਜਦੋਂ ਟੈਰਰਿਜ਼ਮ ਸੀ ਪੰਜਾਬ 'ਚ, ਤੋਂ ਪਹਿਲਾਂ ਦੀ ਗੱਲਾਂ ਏ, ਇੱਕ ਵਾਰ ਐਸਾ ਆਇਆ ਵੀ ਇੱਕ ਲੜਾਈ ਲੜਨੀ ਪਈ। ਉਹ ਲੜਾਈ ਨੂੰ ਅੱਜ ਕੋਈ ਨਾਂ ਦੇ ਦੋ, ਉਦੋਂ ਬਾਅਦ 'ਚ ਕੁਛ ਫਿਰ ਕਹਿ ਦਿੱਤਾ ਜੀ ਨੌਜਵਾਨ ਬੱਚੇ ਮੁੰਡੇ ਮਾਰ ਤੇ ਦਿੱਤੇ ਗਏ। ਹੁਣ ਵੀ ਇਹਨੂੰ ਸਖਤੀ ਨਾਲ ਲੈਣਾ ਪਊਗਾ। ਜਿਹੜੇ ਬੰਦੇ ਵੀ ਇਹ 'ਚ ਇਨਵੋਲਵ ਨੇ, ਉਹਨਾਂ ਨੂੰ, ਪੁਲਿਸ ਨੂੰ, ਉਹਨਾਂ ਦਾ ਕੋਈ ਜਿਹੜਾ ਇੱਕ ਬੰਦਾ ਉਹਦੇ ਕਰਕੇ ਕਹਿ ਰਹੇ ਹੋ ਐਲੀਮੀਨੇਟ ਕਰ ਦੇਣਾ ਚਾਹੀਦਾ। ਇੱਕ ਪਿੰਡ 'ਚ ਇੱਕ ਬੰਦੇ ਕਰਕੇ 50 ਜਾਂ 100 ਬੱਚਾ ਸਾਡਾ ਸਿਰਿੰਜ ਦੇਖੋ ਤਾਂ ਸਹੀ ਨਾ, ਜਦੋਂ ਸਿਰਿੰਜ ਦੇਖਦੇ ਹੋ ਉਹਦੇ ਵਿੱਚ ਫਸੀ ਆ, ਜਾਨ ਨਿਕਲ ਜਾਂਦੀ ਆ। ਜਦੋਂ ਉਹ ਸਾਡੇ 100 ਬੱਚੇ ਉਹਨੇ ਮਾਰਤੇ, ਤੇ ਫਿਰ ਉਹਦੇ ਲਈ ਕਾਨੂੰਨ ਦੀ ਗੋਲੀ ਉਹਦੇ ਲਈ ਕਿਉਂ ਨਹੀਂ ਬਣੀ ਹੋਈ ਜੀ? ਵੇਚਣ ਵਾਲਾ ਮਾਰ ਦੇਣਾ ਚਾਹੀਦਾ, ਤੁਸੀਂ ਕਹਿ ਰਹੇ। ਬਿਲਕੁਲ। ਮੈਂ ਨਾ ਜਿਹੜਾ ਆਇਡੈਂਟੀਫਾਈ ਹੈ ਇੱਕ ਬੰਦਾ ਵੀ ਇਹਨੇ 100 ਬੰਦਿਆਂ ਦਾ ਇਹ ਕਾਤਲ ਆ, ਤੇ ਤੁਸੀਂ ਉਹਨੂੰ ਫਿਰ ਕੀ ਬਣਾ ਕੇ ਰੱਖਣਾ ਚਾਹੁੰਦੇ ਹੋ? ਜਦੋਂ ਜੇਲ੍ਹਾਂ 'ਚ ਜਾਂਦਾ ਹੈ, ਜੇਲ੍ਹ 'ਚ ਬਹਿ ਕੇ ਉਹ ਲਾਰੈਂਸ ਬਿਸ਼ਨੋਈ ਬਣਦਾ ਹੈ, ਉਹ ਉੱਥੋਂ ਬਹਿ ਕੇ ਕੈਨੇਡਾ ਤੋਂ ਬਹਿ ਕੇ ਉਹ ਕੰਮ ਕਰਵਾਉਂਦਾ ਹੈ। ਇਹੋ ਜਿਹੇ ਗੰਦੇ ਬੰਦਿਆਂ ਦਾ ਕੋਈ ਸਮਾਜ 'ਚ ਰਹਿਣ ਦਾ ਮੈਂ ਸਮਝਦਾ ਉਹਨਾਂ ਨੂੰ ਕੋਈ ਮੌਕਾ ਨਹੀਂ। ਜਿਹੜਾ ਸਾਡੇ ਫੁੱਲ ਵਰਗੇ ਬੱਚਿਆਂ ਨੂੰ ਇਹ ਜ਼ਹਿਰ 'ਚ ਲਾ ਕੇ ਉਹ ਆਪਣੇ ਘਰ ਭਰਦਾ ਏ। ਮੈਂ ਤੁਹਾਨੂੰ ਆਪਣੀ ਰਾਏ ਦਾ, ਮੇਰੇ ਵਰਗੇ ਜੇ ਕੱਲ ਨੂੰ ਮੇਰੇ ਕੋਲ ਮੌਕਾ ਕਦੇ ਆਵੇ, ਮੈਂ ਬਿਲਕੁਲ CM ਬਣੇ ਤਾਂ ਤੁਸੀਂ ਮਾਰ ਦਿਓਗੇ ਇਹਨਾਂ ਨੂੰ। ਮੈਂ ਕੁਛ ਕਰਾਂ, ਮੈਂ ਰਹਿਣ ਨਹੀਂ ਦਊਂਗਾ ਇਹਨਾਂ ਨੂੰ, ਜਿਹੜੇ ਸਾਡੇ ਬੱਚਿਆਂ ਨੂੰ ਮਾਰਦੇ। ਠੀਕ ਹੈ, ਲਾਈਟਸ ਔਨ ਕਰ ਦਿਓ। ਮੈਂ ਕੁਝ ਕੁਐਸਚਨਸ ਜਿਹੜੇ ਆ ਉਹ ਤੁਹਾਡੇ ਐਂਡ ਤੋਂ ਲੈਣਾ ਚਾਹੁੰਦਾ, ਇੱਕ ਇੱਕ ਕਰਕੇ ਲਵਾਂਗੇ। ਥੋੜਾ ਨਜ਼ਰ ਆ ਜੇ, ਲਾਈਟਸ ਔਨ ਕਰ ਦਿਓ। ਜਿਹਦੇ ਘਰੇ ਜਿਹੜੀ ਮਾਂ ਦੇ ਪੁੱਤ ਮਰ ਜਾਂਦਾ ਨਾ ਨਸ਼ੇ ਦਾ, ਉਹਨੂੰ ਪੁੱਛੋ ਉਹਦਾ ਕੀ ਹਾਲ ਆ। ਪਿੱਛੇ ਮੈਂ ਪੜ੍ਹ ਰਿਹਾ 4 ਬੇਟੇ, ਇੱਕ ਮਾਂ ਦੇ 4 ਬੇਟੇ। ਉਹੋ ਜਿਹੇ ਬੰਦਿਆਂ ਨੂੰ ਜਿਉਣ ਦਾ ਹੱਕ ਹੈ, ਉਹਨਾਂ ਨੂੰ ਰੱਖਣਾ ਚਾਹੀਦਾ ਇਸ ਸਮਾਜ 'ਚ। ਬੜਾ ਡਿਬੇਟੇਬਲ ਇਸ਼ੂ ਹੈ ਜੀ। ਇੱਕ ਇਧਰੋਂ ਮੈਂ ਸਵਾਲ, ਗੌਰਵ ਜੀ ਤੁਸੀਂ ਕੁਐਸਚਨ, ਮੈਂ ਇੱਕ ਬੇਸਿਕ ਸਵਾਲ ਤੋਂ ਸ਼ੁਰੂਆਤ ਕਰ ਰਿਹਾ ਜੀ, ਫਿਰ ਅਸੀਂ ਇਧਰੋਂ ਆਡੀਅנס ਤੋਂ ਲੈਣੇ। 1 ਸੈਕਿੰਡ ਲਈ ਹੱਥ ਥੱਲੇ ਕਰ ਲਓ, ਅਸੀਂ ਸਾਰਿਆਂ ਦੇ ਸਵਾਲ ਲੈਵਾਂਗੇ। ਹੈਗੇ ਆਪਣੇ ਕੋਲ 10-15 ਮਿੰਟ। ਕੋਈ ਨਹੀਂ, ਸਾਰਿਆਂ ਦੇ ਲਓ। ਬਿੱਟੂ ਸਰ, ਮੈਂ ਤੁਹਾਡੇ ਤੋਂ ਇੱਕ ਬੇਸਿਕ ਸਵਾਲ ਪੁੱਛਣਾ ਚਾਹੁੰਦਾ। ਤੁਸੀਂ ਅਕਸਰ ਆਪਣੇ ਕਮੈਂਟਸ ਕਰਕੇ, ਆਪਣੀਆਂ ਗੱਲਾਂ ਕਰਕੇ ਚਰਚਾਵਾਂ ਦੇ ਵਿੱਚ ਰਹਿੰਦੇ ਹੋ। ਬਾਰ-ਬਾਰ ਕਿਹਾ ਜਾਂਦਾ ਕਿ ਜਿਹੜੇ ਸਾਰੇ ਪੋਲੀਟੀਸ਼ੀਅਨ ਹੈ ਉਹ ਮੌਸਮੀ ਹੁੰਦੇ ਆ, ਜਦ ਇਲੈਕਸ਼ਨ ਸੀਜ਼ਨ ਆਉਂਦਾ ਉਦੋਂ ਸਾਹਮਣੇ ਆਉਂਦੇ ਆ। 5 ਸਾਲ ਤੋਂ ਉੱਪਰ ਹੋ ਗਏ ਲੁਧਿਆਣੇ ਨੂੰ ਜੂਝਦੇ ਹੋਏ। ਸਿਰਫ ਇਸ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਮੈਂ, ਕਾਂਗਰਸ ਸਰਕਾਰ ਦੀ ਵੀ ਗੱਲ ਕਰ ਰਿਹਾ। ਸੜਕਾਂ ਦੇ ਲੈਵਲ ਤੇ ਲੁਧਿਆਣੇ ਨੂੰ ਜੂਝਦੇ ਹੋਏ 5 ਸਾਲ ਤੋਂ ਵੱਧ ਹੋ ਚੱਲੇ ਆ। ਮੈਂ ਤਾਂ ਲੁਧਿਆਣੇ ਦੀ ਡੁਗਰੀ ਦੀ 200 ਫੁੱਟੀ ਰੋਡ ਦੀ ਗੱਲ ਕਰੂੰਗਾ, ਮੈਂ ਤਾਂ ਉੱਥੇ ਰਹਿਣਾ। ਹਾਲਾਤ ਇੰਨੇ ਕੁ ਮਾੜੇ ਆ
ਜਿਹਦੀ ਕਹਿਣ ਦੀ ਹੱਦ ਨਹੀਂ। ਹੜ੍ਹ 'ਚ ਸੇਵਾ ਕਰਨ ਚਾਹੀਦਾ, ਉੱਥੋਂ ਗੱਡੀ ਸਹੀ ਸਲਾਮਤ ਆ ਜਾਂਦੀ, 200 ਫੁੱਟੀ ਰੋਡ ਆ ਕੇ ਖਰਾਬ ਹੋ ਜਾਂਦੀ ਹੈ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਹੋ ਸਕਦਾ ਤੁਹਾਡੀ ਜੁਰਿਸਡਿਕਸ਼ਨ ਦੇ ਅੰਡਰ ਉਹ ਨਾ ਹੋਏ, ਹੋ ਸਕਦਾ ਉਹ ਸਟੇਟ ਸਬਜੈਕਟ ਹੋਏ। ਮੇਰਾ ਸਵਾਲ ਇਹ ਹੈ ਕਿ ਕਿਉਂ ਹੁਣ ਇਲੈਕਸ਼ਨ ਆ ਰਹੇ ਹੈ, 2024 ਇਲੈਕਸ਼ਨ ਆ ਗਏ, ਤੁਸੀਂ ਆਰਓਬੀ ਤੇ ਆਰਯੂਬੀ ਤੇ ਜਾ ਕੇ ਗੱਲ ਕੀਤੀ ਵੀ ਸਰਕਾਰ ਨੇ ਹੁਣ ਖੋਲਤਾ, ਪਹਿਲਾਂ ਨਹੀਂ ਖੋਲਿਆ। ਇਹ ਗੱਲਾਂ 1.5 ਸਾਲ ਤੋਂ ਕਿਉਂ ਨਹੀਂ ਹੋ ਰਹੀਆਂ? 2 ਮੌਨਸੂਨ ਬੀਤ ਗਏ ਇਸ ਸਰਕਾਰ ਦੇ ਵੀ, ਤੁਸੀਂ ਰੈਗੂਲਰ ਕਿਉਂ ਨਹੀਂ ਗੱਲ ਕਰ ਰਹੇ? ਆਪੋਜੀਸ਼ਨ ਨੇ ਜੇ ਕੰਮ ਵੀ ਕਰਾਉਣੇ, ਧਰਨੇ ਕਿਉਂ ਨਹੀਂ ਲਾ ਰਹੀ? ਸਾਡੀਆਂ ਸੜਕਾਂ ਕਿਉਂ ਨਹੀਂ ਬਣ ਰਹੀਆਂ? ਤੁਸੀਂ ਪਾਵਰ 'ਚ ਬੈਠੇ ਹੋ, ਅਸੀਂ ਅੱਕੇ ਬੈਠੇ ਹਾਂ ਲੁਧਿਆਣੇ ਦੀ ਡਿਵੈਲਪਮੈਂਟ ਨੂੰ ਲੈ ਕੇ। ਇਹਦਾ ਪਲੀਜ਼ ਜਵਾਬ ਦਿਓ। ਠੀਕ ਹੈ, ਜਵਾਬ ਲੈ ਲਓ। ਇੱਕ ਪਹਿਲੀ ਗੱਲ ਪਤਾ ਕੀ ਆ, ਲੋਕ ਇਹ ਵੀ ਮੰਨਣਾ ਪਊਗਾ, ਲੋਕ ਵੀ ਵੋਟ ਪਾ ਕੇ ਕਹਿੰਦੇ ਆ ਵੀ ਪਾਤੀ ਵੋਟ, ਬਸ ਬਈ ਕੋਈ ਗੱਲ ਨਹੀਂ 5 ਸਾਲ ਬਾਅਦ ਹੀ ਦੇਖਾਂਗੇ। ਹੁਣ ਉਹ ਵੀ ਭੁੱਲ ਜਾਂਦੇ ਆ। ਇਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਕਿਉਂ ਐਕਟਿਵ ਹੁੰਦਾ, ਯਾਦ ਆਉਂਦਾ, ਉਹ ਮੀਡੀਆ ਵੀ ਉਦੋਂ ਹੀ ਉਹਨੂੰ ਲੱਭਣ ਲੱਗਦਾ ਵੀ ਹੁਣ ਇਲੈਕਸ਼ਨ ਆ ਗਈ। ਪਹਿਲਾਂ ਉਹ ਵੀ ਭੁੱਲ ਜਾਂਦੇ ਆ, ਲੋਕ ਵੀ ਭੁੱਲ ਜਾਂਦੇ ਆ ਵੀ ਭਾਈ ਅਸੀਂ ਇਹਨੂੰ 5 ਸਾਲ ਲਈ ਬਣਾਇਆ ਸੀ, ਇਹਨੂੰ ਪੁੱਛੀਏ ਤਾਂ ਸਹੀ। ਪਰ ਜਦੋਂ ਨੇੜੇ ਇਲੈਕਸ਼ਨ ਦਾ ਟਾਈਮ ਆਉਂਦਾ, ਉਹਨਾਂ ਨੂੰ ਇਹ ਲੱਗਦਾ ਵੀ ਯਾਰ ਹੁਣ ਟਾਈਮ ਆ ਗਿਆ, ਹੁਣ ਇਹਨਾਂ ਨੂੰ ਸਵਾਲ ਕਰਾਂਗੇ। ਉਹ 5 ਸਾਲ ਤਾਂ ਉਹਨੇ ਨਿੰਗ ਲਏ, ਕਰ ਲਏ ਉਹਨੇ 5 ਸਾਲ, ਫਿਰ 5 ਸਾਲ ਬਾਅਦ ਬਣਾ ਲੈਂਦੇ ਹੋ। ਜਦੋਂ ਥੋੜਾ ਜਿਹਾ ਟਾਈਮ ਰਹਿ ਜਾਂਦਾ ਇਲੈਕਸ਼ਨਾਂ ਦੇ ਨੇੜੇ, ਤੁਸੀਂ ਵੀ ਉਦੋਂ ਉਹਨੂੰ ਕੁਐਸਚਨ ਕਰਨ ਲੱਗ ਜਾਂਦੇ ਹੋ, ਤੁਸੀਂ ਵੀ ਉਹਨੂੰ ਮੀਡੀਆ 'ਚ ਦੇਖਣ ਲੱਗ ਜਾਂਦੇ ਹੋ। ਸਿਰਫ ਫਰਕ ਇੰਨਾ ਹੈ, ਉਦੋਂ ਪਹਿਲਾਂ ਆਪਾਂ ਵੀ ਉਹਨੂੰ ਕਦੇ ਉਹਨੂੰ ਪੁੱਛਦੇ ਨਹੀਂ। ਦੂਜੀ ਗੱਲ, ਮੈਂ ਉਹ 200 ਫੁੱਟੇ ਦੀ ਉਹਦੀ ਗੱਲ ਕਰੂੰਗਾ। ਇਲੈਕਸ਼ਨ ਤਾਂ ਮੇਰੀ ਗੱਲ ਸਮਝੋ, ਇੱਕ ਐਸਾ ਇਹ ਗਵਰਨਮੈਂਟ ਤੇ ਫੈਸਲਾ ਵੀ ਕਰ ਰਹੀ ਆ, ਸ਼ਾਇਦ ਹੋ ਜੇ 1 ਨੇਸ਼ਨ 1 ਇਲੈਕਸ਼ਨ। ਇਹਦਾ ਗੱਲ ਕੀ ਹੈ, ਇਲੈਕਸ਼ਨ ਤਾਂ ਹਰ 6 ਮਹੀਨੇ ਬਾਅਦ ਕੋਈ ਇਲੈਕਸ਼ਨ ਆ। ਹੁਣ ਵਿਧਾਨ ਸਭਾ ਹੋ ਕੇ ਹਟੀ, 6 ਮਹੀਨੇ ਬਾਅਦ ਕੋਈ ਹੋਰ ਇਲੈਕਸ਼ਨ ਆਜੂ, 6 ਮਹੀਨੇ ਬਾਅਦ ਪੰਚਾਇਤੀ ਆ ਕਾਰਪੋਰੇਸ਼ਨ ਦੀ ਹੁਣ ਆਜੂ, ਕਾਰਪੋਰੇਸ਼ਨ ਦੀ ਖਤਮ ਹੋਊ ਨਵੰਬਰ 'ਚ, ਉਦੋਂ ਬਾਅਦ ਲੋਕ ਸਭਾ ਆਜੂ। ਇਹ ਇਲੈਕਸ਼ਨ ਤਾਂ ਚੱਲਦੀ ਹੋ ਰਹਿੰਦੀ ਹੈ। ਪੋਲੀਟੀਕਲ ਬੰਦੇ ਦਾ ਤਾਂ ਇਮਤਿਹਾਨ ਚੱਲਦਾ ਹੀ ਰਹਿੰਦਾ ਹੈ, ਕਦੇ ਨਾ ਕਦੇ ਕੋਈ ਨਾ ਕੋਈ ਉਹਦਾ। ਪਰ ਹਾਂ, ਜੇ ਬਦਲਦੇ ਨਹੀਂ ਤਾਂ ਆਫੀਸਰ ਨਹੀਂ ਬਦਲਦੇ। ਪੋਲੀਟੀਕਲ ਬੰਦਾ ਇੱਕ, ਮੇਰੀ ਇਹ ਮਾਈਂਡ 'ਚ ਬਿਠਾ ਲਓ, ਮੇਰੀ ਪਲੀਜ਼ ਰਿਕੁਐਸਟ ਆ ਤੁਹਾਨੂੰ, ਮੈਂ ਝੂਠ ਨਹੀਂ ਬੋਲਦਾ। ਮੇਰੇ ਗ੍ਰੈਂਡਫਾਦਰ ਸੀਐਮ ਵੀ ਰਹੇ, ਟੈਰਰਿਜ਼ਮ ਉਹਨਾਂ ਨੇ ਖਤਮ ਕੀਤਾ, ਤੇ ਆਪ ਬੰਬ ਨਾਲ ਟੁਕੜੇ ਟੁਕੜੇ ਉਹਨਾਂ ਦੇ ਹੋ ਗਏ। ਕੋਈ ਸੀਐਮ ਨਹੀਂ, ਇੱਕੋ ਸੀਐਮ ਆ ਸਰਦਾਰ ਬਿਆਨ ਸਿੰਘ ਜਿਨ੍ਹਾਂ ਦਾ ਅਸੈਸੀਨੇਸ਼ਨ ਹੋਇਆ, ਪੰਜਾਬ ਨੂੰ ਅਮਨ। ਮੈਂ ਤੁਹਾਨੂੰ ਸੱਚੀ ਗੱਲ ਦੱਸ, ਇਹਨੇ ਤਾਂ 5 ਸਾਲ ਬਾਅਦ ਤੁਸੀਂ ਨਹੀਂ ਚੰਗਾ ਉਹਨੂੰ ਬਦਲ ਹੀ ਦੇਣਾ ਹੈ। ਪਰ ਜਿਹੜਾ ਇੱਕ ਆਈਐਸ ਆਫੀਸਰ ਆ, ਉਹਦੇ ਵੱਲ ਕੋਈ ਉਹਨੂੰ ਕੁਐਸਚਨ ਨਹੀਂ ਕਰਦਾ, ਉਹਦੇ ਕੋਈ ਜਾ ਕੇ ਆਫਿਸ 'ਚ ਗੱਲ ਨਹੀਂ ਕਰਦਾ, ਕੋਈ ਇੱਕ ਪੀਡਬਲਿਊਡੀ 200 ਫੁੱਟਾ ਰੋਡ ਤੇ ਆ। ਕਿਉਂ ਨਹੀਂ ਜ਼ਿੰਮੇਵਾਰੀ ਕਿਸੇ ਤੁਹਾਡੇ ਚੋਂ? ਕੱਲ ਨੂੰ ਕਿਸੇ ਨੇ ਪੀਸੀਐਸ ਬਣਨਾ ਹੈ, ਕਿਸੇ ਨੇ ਆਈਐਸ ਬਣਨਾ, ਮੌਜ ਨਾਲ ਉਦੋਂ ਭੁੱਲ ਜਾਂਦੇ ਹੋ ਤੁਸੀਂ ਏਸੀਆਂ 'ਚ ਬਹਿ ਕੇ, ਕਿਉਂਕਿ ਤੁਹਾਡੇ ਤੱਕ ਕੋਈ ਅਪਰੋਚ ਨਹੀਂ ਕਰ ਸਕਦਾ। ਐਸਡੀਐਮ ਆ, ਬਿਜਲੀ ਕਿੰਨਾ ਮਹਿਕਮਾ ਹੈ, ਐਮਪੀ ਇੱਕ ਹੋ ਸਕਦਾ ਹੈ, ਪਰ ਉਰੇ ਜੇ ਇਲੈਕਟ੍ਰੀਸ਼ੀਅਨ ਉਹਦੀ ਬਿਜਲੀ ਪਾਵਰ ਦੀ ਗੱਲ ਕਰੀਏ, ਪਤਾ ਨਹੀਂ ਕਿੰਨੇ ਐਕਸੀਅਨ, ਕਿੰਨੇ ਐਸਡੀਓ ਨੇ, ਉਹਨਾਂ ਨੂੰ ਕੌਣ ਪੁੱਛੂਗਾ? ਉਹ ਤੁਸੀਂ ਕਹੋਗੇ ਹਾਂ ਉਹ ਅਸੀਂ ਜਵਾਬ, ਉਹਨਾਂ ਦੇ ਜਵਾਬ ਦੇ ਬਣਾਇਆ। ਪਰ ਸਾਨੂੰ ਤਾਂ ਲੋਕ ਜਦੋਂ ਦੇਖਦੇ ਆ, ਉਹਨਾਂ ਨੂੰ ਬਦਲ ਦਿੰਦੇ ਆ 5 ਸਾਲ ਬਾਅਦ। ਪਰ ਇਹ ਲੋਕ ਜਿਹੜੇ 40-40 ਸਾਲ ਨਾਲ ਪੱਕੇ ਬੈਠੇ ਆ, ਜਿਨ੍ਹਾਂ ਨੂੰ ਗੱਡੀਆਂ, ਕਾਰਾਂ, ਤੇ ਤੁਸੀਂ ਵੀ ਬਣਨਾ ਹੈ। ਤੁਸੀਂ ਨਾਇਕ ਫਿਲਮ ਤਰ੍ਹਾਂ ਟਾਈਪਰਾਈਟਰ ਰੱਖਿਆ ਕਰੋ, ਬਿੱਟੂ ਸਰ, ਟੰਗ ਕੇ ਮਾਰਿਆ ਕਰੋ। ਜੇ ਕੋਈ ਸਰ ਮੈਂ ਸਵਾਲ ਲੈਣੇ ਆ ਜੀ, ਇਹਦਾ ਵੀ ਜਵਾਬ ਲੈ ਕੇ ਚੱਲਿਆ ਕਰੋ ਤੁਸੀਂ, ਇਹਦਾ ਵੀ ਜਵਾਬ ਲੈ ਲਿਓ। ਚਲੋ ਜਿਹੜਾ ਉਹ 200 ਫੁੱਟੀ ਵਾਲਾ ਜਿਹੜਾ ਜ਼ਿੰਮੇਦਾਰ ਹੈ, ਆਪਾਂ ਹੁਣੇ ਚੱਲਦੇ ਆ, ਇੱਕ ਬੁਲਾਓ ਉਹਦਾ ਹੁਣੇ ਸਸਪੈਂਸ਼ਨ। ਮੱਕੜ ਸਾਹਿਬ, ਤੁਸੀਂ ਹੁਣੀ ਮੇਰੀ ਗੱਲ ਤੇ ਆਓਗੇ। ਨਾਇਕ ਫਿਲਮ ਮੰਗੂ ਇੱਕ ਮੰਤਰੀ ਸੀ, ਭਾਰਤ ਭੂਸ਼ਣ ਆਸ਼ੂ, ਸਾਰੇ ਜਾਣਦੇ ਆ ਲੁਧਿਆਣੇ ਵਾਲੇ। ਜਦੋਂ ਉਹ ਨਾਇਕ ਵਾਲਾ ਕੰਮ ਕਰਨ ਲੱਗਿਆ ਵੀ ਭਾਈ ਤੈਨੂੰ ਸਿੱਧਾ ਹੋ ਜਾ, ਜੇ ਕੰਮ ਨਹੀਂ ਕੀਤਾ, ਇੱਕ ਟੈਲੀਫੋਨ ਰਿਕਾਰਡਿੰਗ ਆਈਆਂ ਨੇ, ਇੱਕ ਐਕਸੀਅਨ ਦੀ ਆਈ, ਇੱਕ ਪ੍ਰਿੰਸੀਪਲ ਨੂੰ ਫਿਰ ਲੋਕਾਂ ਨੇ ਕੀ ਟ੍ਰੋਲ ਕੀਤਾ। ਉਹ ਫਿਲਮਾਂ 'ਚ ਹੀ ਉਹ ਸਨੀ ਦਿਓਲ, ਉਹੀ ਸਨੀ ਦਿਓਲ ਫਿਲਮ 'ਚ ਬਹੁਤ ਕੰਧਾਂ ਨਲਕੇ ਮਾਰਦਾ। ਗੁਰਦਾਸਪੁਰ ਦੇਖ ਲਓ ਜਾ ਕੇ, ਉਹਨੇ ਕਦੇ ਮੂੰਹ ਨਹੀਂ ਦਿਖਾਇਆ। ਇਸ ਕਰਕੇ ਜਿਹੜਾ ਪੋਲੀਟੀਕਲ ਉਹ ਪਿਕਚਰਾਂ 'ਚ ਹੀ ਨਾਇਕ ਬਣਦਾ ਜੀ। ਮੈਂ ਹੁਣ ਚਲੇ ਜਾਣਾ, ਸਿਮਰਨ ਵੀਰੇ ਸਵਾਲ ਲੈ, ਮੈਂ ਹੁਣੀ ਜਾ ਕੇ ਜਿਹੜਾ ਐਕਸੀਅਨ ਆ, ਜਿਹੜਾ ਨਹੀਂ ਜਿਹੜੀ ਰੋਡ ਦੀ ਗੱਲ ਕੀਤੀ, ਉਹ ਬੜੀ ਜ਼ਰੂਰੀ ਆ। ਮੈਂ ਇੱਕ ਇਹਨਾਂ ਨੂੰ ਭਰੋਸਾ ਦਵਾ ਦਾਂ, ਕਿੱਥੇ ਖੜੇ ਹਾਂ ਸਾਡੇ ਬਾਸ, ਇਹ ਰੋਡ ਨੂੰ ਇੱਕ ਵਾਰ ਨਹੀਂ 2 ਵਾਰ ਇਹ ਰੋਡ ਨੂੰ ਬਣਾਇਆ ਗਿਆ। ਪਰ ਇਹਦਾ ਹੁਣ ਤੁਸੀਂ ਕਹੋਗੇ ਜੀ ਠੇਕੇਦਾਰ ਕੌਣ ਆ? ਉਹ ਵੀ ਸਾਡਾ ਹੀ ਭਾਈ ਭੈਣ ਆ, ਸਾਡੇ ਵਿੱਚੋਂ ਇੱਕ। ਉਹਨੂੰ ਕੀ ਚੋਰੀ ਕਰਨ ਦੀ ਇੰਨੀ ਲੋੜ ਪਈ ਆ? ਜਦੋਂ ਮੈਂ ਉਹਨੂੰ 1 ਕਰੋੜ 2 ਕਰੋੜ 10 ਕਰੋੜ ਦੇਤਾ,
ਪਰ ਉਹ ਉਹਦੇ ਵਿੱਚੋਂ ਚੋਰੀ ਕਰਨੋਂ ਨਹੀਂ ਹਟਦਾ। ਹੁਣ ਕਿਹਨੂੰ ਟੰਗ ਦਈਏ, ਉਹ ਵੀ ਆਪਣੇ ਨੇ। ਉਹ ਜਦੋਂ ਸੜਕ ਬਣੀ ਉਦੋਂ ਬਾਅਦ ਹੁਣ ਫੇਰ ਉੱਧੜ ਗਈ। ਪਰ ਮੈਂ ਤੁਹਾਡੇ ਨਾਲ ਇਹ ਗੱਲ ਵਿਸ਼ਵਾਸ ਦਿਵਾਉਣਾ ਵੀ ਉਹਦਾ ਹੱਲ ਜਲਦੀ ਤੋਂ ਜਲਦੀ ਨਹੀਂ, ਮੈਂ ਆਪ ਜਾ ਕੇ ਉੱਥੇ ਬੈਠੂੰਗਾ। ਇਹ ਤੁਹਾਨੂੰ ਮੈਂ ਮਹੀਨੇ ਦੇ ਅੰਦਰ ਅੰਦਰ। ਇਹ ਬਹੁਤ ਵਧੀਆ ਗੱਲ ਹੈ, ਪੋਜ਼ਿਟਿਵ ਗੱਲ ਹੈ। ਸਵਾਲ ਲੈ ਲਓ ਜੀ ਪਿੱਛੇ। ਜੀ ਸਵਾਲ ਲੈ ਰਹੇ ਹਾਂ। ਸਵਾਲ ਜੀ ਦੋ ਤਿੰਨ ਸਵਾਲ ਲੈਣੇ, ਆਪਾਂ ਵਾਈਂਡ ਅਪ ਕਰਨਾ ਹੈ। ਸਰ ਆ ਤੁਹਾਨੂੰ ਅਸੀਂ ਵੀ ਕਹਿ ਰਹੇ ਹਾਂ ਜੀ, ਕੱਲ ਸਵੇਰੇ ਸਾਡੀ ਸਾਰੀ ਟੀਮ ਬਹਿਣ ਲੱਗੀ ਹੈ ਜੀ, ਉੱਥੇ ਅਸੀਂ ਹੱਲ ਕਰਕੇ ਹਟਾਂਗੇ। ਤੁਸੀਂ ਨਾਲ ਬੈਠੇ ਹੋ ਜਾ ਕੇ, ਯੂਥ ਬਹਿਣ ਲੱਗਾ। ਤੁਸੀਂ ਇੱਕ ਮੌਕਾ ਮੈਨੂੰ ਦਿਓ ਸਰ, ਅਸੀਂ ਬਹਿਣ ਲੱਗੇ ਹਾਂ। आओ जी सवाल लइए। एक सेकंड जी इधरों सवाल। हाँ जी ਸਤਿ ਸ਼੍ਰੀ ਅਕਾਲ ਸਰ, ਮੈਂ ਅਨੀਸ਼ਾ ਫਰੋਮ ਦ੍ਰਿਸ਼ਟੀ ਸਕੂਲ। ਤੇ ਹੁਣੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਡਰੱਗਸ ਬਾਰੇ ਐਂਡ ਕਿ ਤੁਸੀਂ ਪਹਿਲਾਂ ਕਿਹਾ ਕਿ ਜੇ ਚਿੱਕੜ ਦੇ ਵਿੱਚ ਜਾਓਗੇ ਤਾਂ ਹੀ ਕੁਝ ਸਾਫ਼ ਕਰ ਪਾਓਗੇ। ਜਦੋਂ ਆਪਾਂ ਦੇਖਦੇ ਕਿ ਇਲੈਕਸ਼ਨਸ ਹੁੰਦੇ ਨੇ, ਇਲੈਕਸ਼ਨਸ ਦੇ ਵਿੱਚ ਇੱਕ ਰਾਤ ਵਿੱਚ ਸਾਰੀ ਗੇਮ ਪਲਟ ਜਾਂਦੀ ਆ। ਬਿਕੋਜ਼ ਜਿਹੜੇ ਆਪਣੇ ਮਿਨਿਸਟਰਸ ਹੁੰਦੇ ਨੇ, ਉਹਨਾਂ ਦੇ ਬੰਦੇ ਹੁੰਦੇ ਨੇ, ਉਹ ਜਾ ਕੇ ਪਬਲਿਕ ਨੂੰ ਪੈਸੇ ਦਿੰਦੇ ਨੇ। ਡਰੱਗਸ ਦੇਣਾ ਜੋ ਕਿ ਤੁਸੀਂ ਮਨਾ ਕੀਤਾ ਕਿ ਨਹੀਂ ਹੋਣਾ ਚਾਹੀਦਾ, ਉਹੀ ਵੰਡੇ ਜਾਂਦੇ ਨੇ, ਪੈਸੇ ਦਿੱਤੇ ਜਾਂਦੇ ਨੇ। ਕੁਐਸਚਨ ਨਹੀਂ ਹੈ ਜੀ, ਪੋਲਿਟੀਕਲ ਇਨਫਲੂਐਂਸ ਡਰੱਗ ਦੇ ਵਿੱਚ ਬਹੁਤ ਜ਼ਿਆਦਾ ਹੈ। ਉਹਨੂੰ ਤੁਸੀਂ ਕੀ ਕਰਦੇ ਹੋ? ਮੰਨਦੇ ਹੋ ਕਿ ਪੋਲਿਟਿਕਸ ਇਨਫਲੂਐਂਸ ਕਰਦੀ ਹੈ ਡਰੱਗਸ ਨੂੰ, ਡਰੱਗ ਟ੍ਰੇਡ ਨੂੰ? ਮੈਂ ਪਹਿਲਾਂ, ਤੁਸੀਂ ਕਹੋਗੇ ਹਰ ਗੱਲ ਦਾ ਇਹ ਜੇ ਜਵਾਬ ਨਹੀਂ ਦਊਂਗਾ ਤਾਂ ਫਿਰ ਮੈਂ ਸੱਚਾ ਨਹੀਂਗਾ। ਬੇਟਾ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ, ਪਰ ਜਰਾ ਜਾ ਕੇ, ਮੈਂ ਤੁਹਾਡੇ ਨਹੀਂ ਕਹਿ ਰਿਹਾ, ਉਹ ਮੰਮੀ ਡੈਡੀ ਨੂੰ ਵੀ ਸਮਝਾਇਓ ਜਿਹੜੇ ਪੈਸੇ ਲੈਂਦੇ ਆ, ਉਹਨਾਂ ਨੂੰ ਸਮਝਾਇਓ ਬਈ ਤੁਸੀਂ ਲੈਣੇ ਵੀ ਬੰਦ ਕਰੋ। ਆਪਣਾ ਫਿਊਚਰ ਕਿਉਂ ਇੱਕ ਪੋਲੀਟੀਕਲ ਬੰਦਾ ਅੱਜ ਪੈਸੇ ਦੇ ਰਿਹਾ, ਕੱਲ ਨੂੰ ਇਹਨੇ ਨਸ਼ਾ ਵੇਚਣਾ। ਅੱਜ ਇਹ 500 ਰੁਪਏ ਦੀ ਜਾਂ ਇੱਕ ਬੋਟਲ ਸ਼ਰਾਬ ਦੀ ਦੇ ਕੇ ਅੱਜ ਤੁਹਾਡੀ ਵੋਟ, ਅਰੇ ਵੋਟ ਇੱਕ ਐਸੀ ਤਾਕਤ ਆ ਤੁਹਾਡੇ ਕੋਲ, ਤੁਸੀਂ ਕਿਸੇ ਨੂੰ ਵੀ ਬਦਲ ਸਕਦੇ ਹੋ। ਪਰ ਜਦੋਂ ਤੁਸੀਂ ਵੋਟ ਵਿਕ ਕੇ ਪਾ ਦਿੰਦੇ ਹੋ, ਉਸ ਵੇਲੇ ਫਿਰ ਹਾਲਾਤ ਇਹ ਰਹਿਣੇ ਆ, ਇਹ ਚੇਂਜ ਨਹੀਂ ਹੋ ਸਕਦੇ। ਜੇ ਬਿੱਟੂ ਜੀ ਤਿੰਨੇ ਹੀ ਚੋਰ ਹੋਣ, ਬੰਦਾ ਫਿਰ ਕੀ ਕਰੇ? ਨੋਟਾਂ ਵੱਲ ਜਾਵੇ? ਜੇ ਸਾਰੇ ਪਤਾ ਕਿਸੇ ਨੂੰ ਪਾਣ ਜੋਗੀ ਨਹੀਂ ਰਹੇ, ਫਿਰ ਕੀ ਕਰੀਏ? ਇੱਕ ਮਿੰਟ, ਇੱਕ ਦਿਨ ਮੈਂ ਜਵਾਬ, ਫਿਰ ਤਾਂ ਹੀ ਤਾਂ ਮੈਂ ਕਹਿ ਰਿਹਾ, ਫਿਰ ਤੁਸੀਂ ਕਿਉਂ ਨਹੀਂ ਉਤਰ ਰਹੇ? ਅਗਲੀ ਵਾਰ ਮੱਕੜ ਸਾਹਿਬ ਨੂੰ ਨਹੀਂ, ਆਪਣੇ ਤੁਸੀਂ ਇਲੈਕਸ਼ਨ ਲੜਿਓ। ਸਰ ਜਿੱਦਨ ਮੈਂ ਲੜੀ ਸਾਰਿਆਂ ਨੇ ਕਹਿਣਾ ਐਨਜੀਓ 'ਚ ਪੈਸਾ ਖਾਂਦਾ ਸੀ, ਹੁਣ ਰਾਜਨੀਤੀ 'ਚ ਖਾ। ਜੀਣ ਤਾਂ ਨੌਜਵਾਨਾਂ ਨੂੰ ਪੰਜਾਬ ਕੁਝ ਦਿੰਦਾ ਨਹੀਂ, ਰਾਜਨੀਤੀ ਹੀ ਨਹੀਂ ਜੀਣ ਦਿੰਦੀ ਸਰ ਨੌਜਵਾਨਾਂ ਨੂੰ। ਆ ਲਓ ਜੀ ਸਰ, ਆ ਲਓ ਜੀ ਗੌਰਵ ਜੀ ਪਲੀਜ਼ ਬੱਚਿਆਂ ਦੇ ਸਵਾਲ ਲੈ ਲਓ ਪਲੀਜ਼। ਬੱਚਿਆਂ ਤੇ ਆ ਰਿਹਾ ਜੀ ਮੈਂ ਓਕੇ ਟਾਈਮ ਬਚਿਆ ਤਾਂ ਆਉਂਗਾ। ਜੀ ਲਓ ਜੀ। जय सिया राम सर। ਜੈ ਸਿਆ ਰਾਮ। ਕੀ ਨਾਮ ਹੈ ਜੀ ਤੁਹਾਡਾ? सर मेरा नाम कौशिक है। ਕਿਹੜਾ ਸਕੂਲ ਹੈ? BCM शास्त्री नगर। ਅੱਛਾ, ਪੰਜਾਬੀ ਆਉਂਦੀ ਹੈ? नो सर। ਯਾਰ ਦੇਖੋ, ਇਹ ਤੁਸੀਂ ਉਦਾਸ ਕਰ ਦਿੰਦੇ ਹੋ ਮੈਨੂੰ। ਚਲੋ ਹਿੰਦੀ ਚ ਪੁੱਛੋ। सर मेरा क्वेश्चन ये है कि जैसे कांग्रेस और दूसरी पार्टीज ने मिलकर इंडिया अलायंस बनाई है और अलायंस बनाती पीएम नरेंद्र मोदी पर नो कॉन्फिडेंस मोशन कर दिया मनी पर कॉन्स्पिरेसी पर। वो बात अलग है कि उनको सपोर्ट नहीं मिला। क्या लगता है अगर आप मणिपुर में पावर में होते तो ऐसा कुछ इशू ना होता, और अगर कुछ ऐसा इशू होता तो आप क्या एक्शन लेते? पंजाबी जिवें पंजाबी च दे दो। नहीं चलो बेटा बैठ जाइए। बेटा ये बात नहीं है भी वहां पे इशू नहीं हुए, वहां पे पुरानी हिस्ट्री है, इश्यूज वहां पे है। जो कम्युनिटी है, मैं 1 मिनट ले लूंगा आपके, जो मैथीज हैं वो रहते हैं वैली में नीचे, तो दूसरे जो है वो रहते हैं हिल्स के ऊपर, नागास और दूसरे। अब क्या हुआ, अचानक एक हाई कोर्ट ने वहां पे फैसला कर दिया भी जैसे नागास या दूसरों के पास जो रिजर्वेशन है नौकरी में, जॉब्स में या बाकी, तो मैथीज को भी मिलेगा। वो जजमेंट एकदम आ गई, बहुत चिर का वो पेंडिंग केस पड़ा था, लेकिन वो आ गई। हमारा सिर्फ इतना था, एज ए प्राइम मिनिस्टर जब आप मन की बात करते हो, हर छोटी से छोटी बात की आप ट्वीट करते हो, उस पर बात करते हो,
भी आप हमें नो ट्रस्ट मोशन लाना पड़ा। क्यों लाना पड़ा? भी पार्लियामेंट है जो 120 करोड़ लोगों की पार्लियामेंट है, प्राइम मिनिस्टर वहां पे उसके बारे में जवाब नहीं दे रहे थे। जब भी कोई इशू आता था, मनमोहन सिंह जी जब थे 10 साल, खैर यहां पे पॉलिटिकल बात नहीं करनी चाहिए, मोदी जी को सिर्फ यह था भी देश के प्राइम मिनिस्टर हो आप, सिर्फ आके इस इशू पे अश्योरेंस दे दीजिए सारी दुनिया को भी मेरी जिम्मेवारी है, मैं इसे ठीक कर लूंगा, बेफिक्र रहो आप। वो आ नहीं रहे थे, इसलिए वो नो कॉन्फिडेंशियल लाना पड़ा। हर ऑपोजिशन पार्टियां लाती हैं, अनेकों बार लाई हैं, लेकिन इसमें कोई मोदी जी के या किसी के कोई अगेंस्ट पर्सनल नहीं है। वो देश के प्रधानमंत्री हैं, इसलिए उनको उसका जवाब देना था, उसका जवाब देने के लिए वो लाना पड़ा। आखिरी 2 सवाल ने, आखिरी वैसे 2 सवाल कोई इधरों बच्चे तो थोड़ा डिसिप्लिन रखिए जी। ਅਸੀਂ ਵੀ ਸਾਰੇ 900 950 ਬੱਚਾ ਬੈਠਾ गौरव जी, आखिरी 2 ਲੈਟਸ ਗਿਵ ਦ ਰਿਸਪੈਕਟ ਟੂ ਐਮਪੀ ਸਾਹਿਬ ਐਸ ਵੈਲ, ਜੋ ਧਿਆਨ ਨਾਲ ਤੁਹਾਡੇ ਜਵਾਬ ਦੇ ਵੀ ਰਹੇ ਹੈ, ਠੀਕ ਹੈ, ਇੱਥੇ ਬਹਿ ਕੇ ਆ ਰਹੇ ਆ, ਅਵੇਲੇਬਲ ਹੋਏ ਆ। ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਵੀ ਰਿਸਪੈਕਟ ਦਈਏ ਜੀ। ਤੇ ਹੁਣ ਇਧਰ ਜੀ गुड आफ्टरनून एवरीवन। Very good. मेरा नाम नक्श है, आई एम फ्रॉम BCM आर्या स्कूल 8th क्लास। सर मेरा एक छोटा सा क्वेश्चन है, सर पंजाब को योगी आदित्यनाथ जैसा मिनिस्टर क्यों नहीं मिल रहा? ਸਰ ਇਹਨਾਂ ਦੀ ਪਰਸਨਲ ਚੋਇਸ ਹੈ, ਹੁਣ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਇਹਦਾ ਜਾਂ ਨਹੀਂ? नहीं आप ਤੁਸੀਂ ਬਿੱਟੂ ਜੀ ਤੋਂ ਖੁਸ਼ ਨਹੀਂ ਹੈਗੇ? आप ਹਾਂਜੀ, आप किस पे ਮਾਈਕ बुलडोजर, ਦਿਓ ਉਹਨਾਂ ਨੂੰ, ਮਾਈਕ ਦਿਓ जी। 1 ਮਿੰਟ। आप किस पे बुलडोजर चलवाना चाहते हैं? बताओ, मैं चला देता हूं। सर पंजाब में भी काफी होते रहते हैं सर मुस्लिम के नहीं, केसेस वो सर, ठीक कह रहा है, लेकिन किडनैपिंग ये सब होता है। तो बच्चे उसका मुस्लिम से कोई लेना देना नहीं है, ठीक है? वी आर नॉट टॉकिंग अबाउट रिलीजियस हेट्रेड है। जी 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 सर, जवाब दे जी लें। सर मैं- जवाब। बड़ा वधिया इन्होंने क्वेश्चन किया है। बेटा ये फर्क होता है, जब ठीक है यहां पे भी ड्रग्स हो रहा है और जो आपने कहा गैंगस्टर रोज किलिंग कर रहे हैं, ऐसे ही यूपी में क्या था, यूपी में कई सरकारें ऐसी आई जिसमें गैंगस्टर बहुत ज्यादा बढ़ गए, क्योंकि बहुत बड़ा यूपी है, पंजाब तो 2 डिस्ट्रिक्टें मिला के उनका पंजाब अपना बन जाता है। तो योगी जी ने, नो डाउट अबाउट दैट, योगी जी ने जो गैंगस्टर थे उनको, जैसे मैंने कहा भी ड्रग्स वालों को अगर खत्म करना है तो इन लोगों का गोली का जवाब गोली से देना पड़ेगा। योगी जी ने वही किया और वहां पे एक माहौल अलग था, वो ठीक है खत्म हो गया। लेकिन पंजाब में ऐसी जरूरत नहीं है। पंजाब में कोई आज कहीं बुलडोजर चलाने की जरूरत नहीं है, घर तोड़ने की। पंजाब एक बॉर्डर स्टेट है, बॉर्डर स्टेट पाकिस्तान हमारे साथ बैठा है। बहुत फर्क होता है बॉर्डर स्टेट, कितना सेंसिटिव स्टेट है बेटा, आगे आप धीरे धीरे समझोगे। प्लस मिनॉरिटी स्टेट है, मिनॉरिटी और बॉर्डर स्टेट बहुत ही, इसे संभालना बहुत मुश्किल होता है क्योंकि देश का दुश्मन बिल्कुल साथ बैठा है। तो यहां क्या डेमोग्राफी या यहां का आप यूपी से कंपेयर नहीं कर सकते। ठीक है गौरव जी, आखिरी सवाल है जी, आखिरी लास्ट सवाल जी, क्वेश्चन, आखिरी सवाल ले रहे हैं हमें। लास्ट क्वेश्चन है जी। हेलो जी 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 प्लीज गुड पूछो आफ्टरनून सर। पूछो। सर मेरा नाम आदित्य है, आई एम फ्रॉम लुधियाना ओनली। तो मेरा क्वेश्चन थोड़ा पॉलिटिक्स और इकोनॉमिक्स से मिक्स करके है कि लाइक इंडिया में राइट नाउ आई थिंक काफी मेजर प्रॉब्लम्स का रूट कॉज अगर हम नीचे गो डाउन द हायरार्की तो वी फाइंड ओवर पॉपुलेशन आता है। तो इट इज रिजल्टिंग इन हायर अनएम्प्लॉयमेंट रेट्स, क्योंकि डिमांड जिस स्पीड से बढ़ रहा है सप्लाई उससे कहीं ज्यादा बढ़ रहा है, और उसकी वजह से उसके जो स्पिल ओवर इफेक्ट्स होते हैं, हायर क्राइम रेट्स, हायर इलिसिट इलीगल एक्टिविटीज, गैंगस्टर एक्टिविटी, उसका अब इफ समवन इज अनएम्प्लॉयड तो उसका स्पिल ओवर इफेक्ट है। तो यू एज एमपी और एनी अदर लाइक मेंबर ऑफ पार्लियामेंट पॉलिटिकल लेवल पे कैसे इनिशिएटिव्स हैं या कैसे हम ओवर पॉपुलेशन को रोक सकें इंडिया की, जिससे सारे इंडिया के जो स्फीयर्स हैं वो कंट्रोल में आ जाएं। ओके, ओवर पॉपुलेशन कंट्रोल सर किवें कीती जाए? देखो पहला तो मेरा नौजवान साथी, बेटा हर चीज के 2 पहलू होते हैं। आज
सबसे पहले चाइना नंबर 1 था। आज आप स्टडी करना, आज उनकी पॉपुलेशन में एकदम बहुत ड्रॉप आया है, कम हुए। तो वहां उनको चिंता हो गई है, फिक्र हो गया है भी अब चाइना की पॉपुलेशन जो इतनी कम हो रही है, पहले ज्यादा हो गई, कम हो गई, तो अब कैसे इसे। एक नंबर इंडिया पे आता हूं, एक ऐसे ही कोशिश की गई, एक हमारे लीडर थे संजय गांधी, उनके मन में भी ऐसे ही था जैसे आपके मन में है भाई पॉपुलेशन ज्यादा है। उन्होंने कई कोशिशें की उस टाइम, लेकिन वो कोई नीचे जो इंप्लीमेंटेशन जहां करनी थी वहां गलती हो गई, कमी रह गई, जिसका बहुत बैड इफेक्ट उसके ऊपर पड़ा। लेकिन मैं आज तो मैं कह सकता हूं ठीक है, पिछले 20 साल पहले क्या था उसका असर आज पड़ रहा है, लेकिन आज मेरे ख्याल नहीं है कोई भी किसी फैमिली के 2 से ज्यादा बच्चे हों आज। तो इसका इफेक्ट हमें जरूर, आज प्राइम मिनिस्टर बोलते हैं भी हमारी ताकत इसी उन्होंने 26 जनवरी पे ना 15 अगस्त में बोला भी हमारी ताकत है जो दुनिया पे हम राज कर रहे हैं आज हर जगह, उसका एक कारण पॉपुलेशन भी है, हमारे लोग हैं। हाँ, आपका क्या कहना चाह रहे थे? सो इट्स लाइक कि हम एक डिस्ट्रीब्यूशन कर्व बनाते हैं इकोनॉमिक्स में, उसमें जो मीडियन होता है, मोस्ट ऑफ द डेवलप्ड कंट्रीज उस मीडियन रेट पे ग्रो कर रही हैं। तो रेट का फिगर मुझे नहीं मालूम, बट इंडिया का जो वो फिगर है वो उनको काफी ज्यादा एक्सीड कर रहा है इन टर्म्स ऑफ परसेंटेज ऑफ पॉपुलेशन ग्रोथ, एनुअल फिगर जी। उसकी वजह से जो पॉवर्टी रेट्स, अनएम्प्लॉयमेंट, क्राइम रेट्स, ब्लैक मार्केट जो होती है इंडिया की, कोई शक नहीं, आप एब्सोल्युटली राइट, ये हो रहा है। सर्दी क्लासेस तो नहीं ले रहा? हाँ, नहीं अच्छा, पर ये भी बेटा क्यों होया, क्योंकि कई स्टेट, अपनी स्टेट में तो नहीं हुआ लेकिन कई स्टेट में हुआ है ये बात। लेकिन अब आप देखेंगे आने वाले सालों में इसका आज तो असर है, दिख रहा है, पॉपुलेशन के कारण नुकसान हो रहा है, लेकिन ठीक भी होगा आने वाले दिनों में, क्योंकि बर्थ कंट्रोल के ऊपर बहुत ज्यादा मिनिस्ट्रीज ने अक्रॉस दी, चाहे सेंट्रल गवर्नमेंट, स्टेट गवर्नमेंट ने काम किया है। पर ये बात जो आप कह रहे हैं ये ग्राउंड रियलिटी है। ਬਹੁਤ ਸਾਰੇ ਤੁਹਾਡੇ ਸਵਾਲ ਸੀ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਚੰਗੇ ਤੁਸੀਂ ਸਵਾਲ ਕੀਤੇ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਿੱਟੂ ਜੀ ਤੁਹਾਡਾ ਬਹੁਤ ਸ਼ੁਕਰੀਆ। ਓਵਰ ਟੂ ਯੂ ਗੌਰਵ ਜੀ। ਜੀ ਬਹੁਤ ਧੰਨਵਾਦ, ਸਭ ਤੋਂ ਪਹਿਲੇ ਤਾੜੀਆਂ ਮਾਰੇ ਜੀ। ਮੈਂ ਹਮੇਸ਼ਾ ਕਹਿਣਾ ਹੁੰਦਾ ਸੀ ਅਕ੍ਰੋਸ ਦਾ ਪਾਰਟੀ ਲਾਈਨ ਸਰ ਬਹੁਤ ਸਾਰੇ ਐਮਐਲਏਜ਼, ਮਿਨਿਸਟਰਸ ਇੱਥੇ ਹਰ ਸਾਲ ਆਉਂਦੇ ਆ, ਗੱਲ ਕਰਦੇ ਆ। ਸਰ ਮੈਂ ਸਿਰਫ ਤੁਹਾਡੇ ਤੋਂ ਇੱਕ ਵਰਡ 'ਚ ਆਨਸਰ ਲੈਣਾ, ਕੀ ਇਹਨਾਂ ਬੱਚਿਆਂ ਦਾ ਇੰਟੈਲੈਕਚੁਅਲ ਲੈਵਲ ਤੁਹਾਨੂੰ ਲੱਗਿਆ ਕਿ ਐਮਪੀਜ਼ ਨਾਲ ਗੱਲਬਾਤ ਕਰਨ ਦਾ ਹੈ? ਕਿਉਂਕਿ ਕੱਲ ਨਾ ਸਰ ਮੈਂ ਤੁਹਾਨੂੰ ਦੱਸਦਾ ਮੈਂ ਸਵਾਲ ਕਿਉਂ ਕਰ ਰਿਹਾ। ਤੁਹਾਡੀ ਹੀ ਪਾਰਟੀ ਦੇ ਚੀਫ ਮਿਨਿਸਟਰ ਸਾਹਿਬ, ਐਕਸ ਸੀਐਮ ਸਾਹਿਬ, ਹੀ ਵਾਸ ਸਪੋਜ਼ਡ ਟੂ ਕਮ ਹੇਅਰ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ 17 ਸਾਲ ਦੇ ਬੱਚਿਆਂ ਦੇ ਸਵਾਲ ਕਰਨ ਦਾ ਲੈਵਲ ਤਾਂ ਹੁੰਦਾ ਨਹੀਂ, ਉਹ ਕੀ ਸਵਾਲ ਕਰਨਗੇ। ਤੇ ਅੱਜ ਤੁਸੀਂ ਇੱਥੇ ਆਏ ਹੋ, ਮੈਂ ਇੱਕ ਵਾਰੀ ਉਹ ਫੀਡਬੈਕ ਜ਼ਰੂਰ ਦੇ ਦਿਓ ਵੀ ਸਵਾਲ ਕਰਨ ਦਾ ਲੈਵਲ ਬੱਚਿਆਂ ਦਾ ਬਹੁਤ ਹੈ। ਪਹਿਲੀ ਗੱਲ ਮੈਂ ਤਾਂ ਆਪ ਰਿਕੁਐਸਟ ਕਰਕੇ ਤੁਹਾਨੂੰ ਆਇਆ ਜਦੋਂ ਮੈਨੂੰ ਪਤਾ ਲੱਗਿਆ। ਜੀ ਸਰ, ਮੈਂ ਇਹਦੇ ਬਾਰੇ ਦੇਖਿਆ ਸੀ, ਦਿੱਲੀ ਦੇ ਵਿੱਚ ਵੀ ਸੁਣਿਆ ਸੀ ਵੀ ਕਿੰਨੇ ਬੱਚੇ, ਕਿੰਨੇ ਟੈਲੈਂਟਡ ਬੱਚੇ ਤੇ ਕਿੰਨੇ ਸਵਾਲ, ਕੁਐਸਚਨਸ ਵੀ ਮੈਂ ਸੁਣੇ ਆ। ਤੇ ਕਿਸੇ ਨੇ ਇਗਨੋਰ ਕਰਨਾ ਹੋਵੇ ਵੀ ਯਾਰ ਕੋਈ ਸਵਾਲ ਮੈਨੂੰ, ਜਿਵੇਂ ਮੱਕੜ ਸਾਹਿਬ ਕਰ ਲੈਂਦੇ ਆ ਉਵੇਂ ਹੀ ਬੱਚਿਆਂ ਦੇ ਸਵਾਲ ਸੀ। ਜੀ ਸਰ, ਉਨਾ ਹੀ ਔਖਾ ਜਿੰਨਾ ਇਹਨਾਂ ਦੇ ਹੈਂਡਲ ਕਰਨਾ ਸੀ, ਉਨਾ ਹੀ ਉਹਨਾਂ ਦੇ ਸਵਾਲ ਸੀ ਔਖੇ। ਤੇ ਕਿਸੇ ਨੇ ਬਚਣ ਲਈ ਇਹ ਗੱਲ ਕਹਿਤੀ ਹੋਣੀ ਆ ਵੀ ਮੈਂ ਬੱਚਿਆਂ ਦੇ ਸਵਾਲਾਂ ਤੋਂ ਦੇ ਨਹੀਂ ਸਕੂੰ, ਭੱਜ ਜਾ। ਪਰ ਜਿਹੜੇ ਬੱਚਿਆਂ ਨੇ ਕੁਐਸਚਨ ਕੀਤੇ ਆ, ਇੱਕ ਗੱਲ ਇਹਦੇ 'ਚ ਇਹ ਵੀ ਹੈ ਕਿ ਜੇ ਚੰਨੀ ਸਾਹਿਬ ਨੂੰ ਨਹੀਂ ਲੱਗਿਆ ਕਿ ਇਹਨਾਂ ਦੇ ਸਵਾਲ ਉਹਨਾਂ ਦੇ ਪੱਧਰ ਦੇ ਨਹੀਂ, ਤਾਂ ਹਰਜੋਤ ਬੈਂਸ ਉਹਨਾਂ ਨੂੰ ਪੁੱਛ ਲੈਣ, ਰਾਜਾ ਵੜਿੰਗ ਆ ਕੇ ਗਏ ਸੀ ਉਹਨਾਂ ਨੂੰ ਪੁੱਛ ਲੈਣ, ਸੁਖਪਾਲ ਖਹਿਰਾ ਇਸ ਮੰਚ ਤੇ ਆ ਕੇ ਗਏ ਸੀ ਉਹਨਾਂ ਨੂੰ ਪੁੱਛ ਲੈਣ, ਔਰ ਹੁਣ ਬਿੱਟੂ ਸਾਹਿਬ ਨੂੰ ਵੀ ਪੁੱਛ ਲੈਣ ਵੀ ਇਹ ਕਿਸ ਇੰਟੈਲੈਕਟ ਦੇ ਫੀਡਬੈਕ ਮਿਲ ਜਾਏਗਾ। ਹੁਣ ਮੈਂ ਸੱਚੀ ਧੰਨਵਾਦ ਕਰਨਾ ਚਾਹੁੰਦਾ। ਇੱਕ ਮਿੰਟ ਜੀ, ਇਹ ਤਾਂ ਤੁਸੀਂ ਮੈਨੂੰ ਬਚਾ ਲਿਆ। ਇਹ ਜਿਹੜਾ ਕਹਿ ਰਹੇ ਆ ਨਾ ਵਾਈਂਡ ਅਪ ਕਰ ਦੋ, ਇਹਨਾਂ ਨੂੰ ਡਰ ਆ ਵੀ ਇਹੋ ਜਿਹੇ ਸਵਾਲ ਬੱਚਿਆਂ ਨੇ ਪੁੱਛ ਲੈਣੇ ਆ ਵੀ ਜਵਾਬ ਨਹੀਂ ਦਿੱਤੇ ਜਾਣੇ। ਸਰ ਗੱਲ ਇਹ ਵੀ ਸੱਚ ਹੈ ਸਰ। ਸਰ ਪਰ ਮੈਂ ਵਿਦ ਡਿਊ ਰਿਸਪੈਕਟ ਟੂ ਐਮਪੀ ਸਾਹਿਬ, ਬਹੁਤ ਚੰਗਾ ਲੱਗਦਾ ਜਦ ਕੋਈ ਵੀ ਪੋਲੀਟੀਸ਼ੀਅਨ ਆ ਕੇ ਇੱਥੇ ਗੱਲਬਾਤ ਕਰਦਾ, ਕਿਉਂਕਿ ਸਰ ਗਿਲੇ ਤਾਂ ਹੈਗੇ ਆ, ਗਿਲੇ ਤਾਂ ਰਾਜਨੀਤੀ ਨਾਲ ਬਥੇਰੇ ਆ। ਰੋਜ਼ ਸ਼ਹਿਰ 'ਚ ਨਿਕਲੀਦਾ, ਸ਼ਾਮ ਤੱਕ ਆ ਕੇ ਆਈਦਾ, ਇਹ ਸਾਡੀਆਂ ਵੀ ਜ਼ਿੰਮੇਵਾਰੀਆਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਅਸੀਂ ਲੀਡਰ ਚੁਣ ਕੇ ਭੁੱਲ ਜਾਂਦੇ ਆ।
ਡੈਮੋਕ੍ਰੇਸੀ ਇਜ਼ ਟੂ ਦ ਪੀਪਲ ਫॉर ਦ ਪੀਪਲ ਬਾਏ ਦ ਪੀਪਲ। ਸਾਡਾ ਆਪਣਾ ਰੋਲ ਹੈ ਰੋਜ਼ ਧਰਨੇ ਲਾਣਾ, ਲੋਕਾਂ ਦੇ ਆਫਿਸ 'ਚ ਜਾਣਾ, ਉਹਨਾਂ ਕੋਲ ਪਲਾਨ ਲੈ ਕੇ ਜਾਣੇ। ਐਮਐਲਏ ਐਮਪੀ ਬੈਠੇ ਤਾਂ ਰਹਿੰਦੇ ਆ ਦਫ਼ਤਰ, ਪਰ ਅਸੀਂ ਕਾਹਦੇ ਲਈ ਜਾਂਦੇ ਆ ਜੀ? ਆ ਸਾਰਾ ਵਿਆਹ ਦਾ ਕਾਰਡ ਹੈ, ਆ ਭੋਗ ਤੇ ਆ ਜਿਓ, ਆ ਦੁਕਾਨ ਦਾ ਰਿਬਨ ਕੱਟਣ ਆ ਜਿਓ। ਅਸੀਂ ਐਮਐਲਏ ਐਮਪੀ ਤੇ ਮੇਅਰ ਵਿਆਹ ਭੋਗਾਂ ਜੋਗੇ ਹੀ ਰੱਖਦੇ ਆ, ਸਾਡੀ ਕਮੀ ਵੀ ਹੈ। ਨਹੀਂ ਦੱਸਦੇ ਗੱਲ, ਠੀਕ ਆ। ਰੋਜ਼ ਆ ਕੇ ਭਾਈ ਵੀ ਮੇਰੇ ਵਿਆਹ ਤੇ ਕਾਰਡ ਲੈ ਲਓ, ਪਰ ਉਹਨਾਂ ਚਿਰ ਆਇਓ ਨਾ ਜਿੰਨਾ ਚਿਰ ਆ ਕੰਮ ਨਹੀਂ ਕਰਕੇ। ਬਿਲਕੁਲ ਸਰ, ਇਹੀ ਚਾਹੀਦਾ। ਤੇ ਆਪਾਂ ਮੈਨੂੰ ਲੱਗਦਾ ਆਪਣੇ ਘਰਾਂ 'ਚ ਆਹ ਚੀਜ਼ ਪਹਿਲਾਂ ਕਰੀਏ ਤੇ ਬੜਾ ਹੱਲ ਵੈਸੇ ਹੀ ਹੋ ਜਾਣਾ। ਐਮਪੀ ਐਮਐਲਏ ਜੋ ਤੁਸੀਂ ਡਿਮਾਂਡ ਕਰੋਗੇ ਉਹਨਾਂ ਨੇ ਦੇ ਦੇਣੀ ਹੈ। ਬਹੁਤ ਧੰਨਵਾਦ ਆਪਣਾ ਸਮਾਂ ਦੇਣ ਲਈ ਸਰ। ਅਸੀਂ ਉਮੀਦ ਕਰਦੇ ਹਾਂ ਕਿ ਜੇ ਮੁੜ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਐਤਕੀ ਅਸੀਂ ਸਾਰੀ ਸਰਕਾਰ ਨੂੰ ਬਿਠਾ ਕੇ ਵੀ ਸਵਾਲ ਕਰਨਾ ਚਾਹਾਂਗੇ। ਅਸੀਂ ਉਮੀਦ ਕਰਦੇ ਹਾਂ ਉਹਦੀ ਨੌਬਤ ਨਾ ਆਏ, ਹੱਲ ਹੋ ਜਾਏ, ਸਾਡੀਆਂ ਸੜਕਾਂ ਦਾ ਕਿਤੇ ਹੱਲ ਕਰਾ ਦਿਓ ਜੀ। ਬਹੁਤ ਧੰਨਵਾਦ ਐਮਪੀ ਸਾਹਿਬ ਦਾ, ਜ਼ੋਰਦਾਰ ਤਾੜੀਆਂ ਦੇ ਨਾਲ। ਵੀ ਹੈਵ ਟੂ ਆਨਰ